ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਦੀ ਵਿਚਾਰ ਅਸੀਂ ਆਪਸ ਦੇ ਵਿੱਚ ਸਾਂਝੀ ਕਰ ਰਹੇ ਹਾਂ। ਇਸ ਪਾਵਨ ਬਾਣੀ ਦੇ ਅੰਦਰ ਸਿੱਧਾਂ ਵੱਲੋਂ ਕੀਤੇ ਹੋਏ ਬਹੁਤ ਸਾਰੇ ਸਵਾਲ ਨੇ, ਜਿਨ੍ਹਾਂ ਦੇ ਉੱਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੇ ਨੇ, ਔਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਮਤ ਜੋ ਹੈ ਉਹ ਪੇਸ਼ ਕੀਤਾ ਹੈ, ਜੋ ਯੂਨੀਵਰਸਲ ਟਰੁਥ ਹੈ, ਸਰਬ ਸਾਂਝਾ, ਸਰਬਦੇਸ਼ੀ ਔਰ ਸਰਬਕਾਲੀ ਹੈ। ਕੱਲ ਤੱਕ ਅਸੀਂ 32 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। 33ਵੀਂ ਪੌੜੀ ਦੀ ਵਿਚਾਰ ਅੱਜ ਆਰੰਭ ਕਰ ਰਹੇ ਹਾਂ। ਕੱਲ ਅਸਾਂ ਵਿਚਾਰਿਆ ਸੀ, ਨਾਨਕ ਨਾਮ ਰਤੇ ਸੁਖ ਹੋਏ। ਨਾਮ ਦਾ ਮਤਲਬ ਹੁਕਮ, ਰਤੇ ਦਾ ਮਤਲਬ ਰੰਗਿਆ ਜਾਣਾ। ਜੋ ਨਾਮ ਦੇ ਹੁਕਮ ਦੇ ਪ੍ਰੇਮ ਦੇ ਅੰਦਰ ਰੰਗਿਆ ਜਾਂਦਾ ਹੈ, ਉਹਦੀ ਜ਼ਿੰਦਗੀ ਦੇ ਅੰਦਰ ਸਦਾ ਸੁਖ ਪੈਦਾ ਹੋ ਜਾਂਦਾ ਹੈ। ਯਾਨੀ ਜੋ ਵੀ ਸੁਖ, ਆਰਾਮ, ਆਨੰਦ, ਖੇੜਾ, ਪ੍ਰਸੰਨਤਾ ਹੈ, ਉਹ ਰੱਬੀ ਰਜ਼ਾ ਦੇ ਅੰਦਰ ਤੁਰਨ ਵਿੱਚ ਹੈ। ਔਰ ਇਹ ਅਸੀਂ ਜਪਜੀ ਸਾਹਿਬ ਜੀ ਦੇ ਸ਼ੁਰੂ ਵਿੱਚ ਵੀ ਵਿਚਾਰ ਆਏ ਹਾਂ ਕਿ ਸਚਿਆਰ ਹੋਣ ਵਾਸਤੇ ਸਾਡੇ ਕੋਲ ਇੱਕੋ ਇੱਕ ਸਾਧਨ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸਾਡੀ ਜ਼ਿੰਦਗੀ ਦਾ ਗੋਲ ਸਚਿਆਰ ਹੋਣਾ ਹੈ, ਔਰ ਸਚਿਆਰ ਹੋਣ ਵਾਸਤੇ ਹੁਕਮ ਰਜ਼ਾਈ ਚੱਲਣਾ ਇੱਕੋ ਇੱਕ ਸਾਧਨ ਹੈ। ਤੇ ਸਿੱਧ ਗੋਸ਼ਟ ਦੀ ਪਾਵਨ ਬਾਣੀ ਦੇ ਵਿੱਚ ਜੋ ਰਹਾਉ ਦੀ ਪੰਕਤੀ ਹੈ, ਉੱਥੇ ਵੀ ਗੁਰਦੇਵ ਨੇ ਬਚਨ ਕੀਤਾ ਹੈ, ਕਿਆ ਭਵੀਐ ਸੱਚ ਸੂਚਾ ਹੋਏ। ਕਿ ਸੰਸਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ, ਹੋਰ ਕਰਮਕਾਂਡ ਕਰਨ ਦੀ ਲੋੜ ਨਹੀਂ। ਬੰਦਾ ਸੱਚ ਰਾਹੀਂ ਸੁੱਚਾ ਹੁੰਦਾ ਹੈ, ਭਾਵ ਸੱਚ ਦੇ ਰਾਹ ਨੂੰ ਅਪਣਾ ਕੇ ਹੀ ਬੰਦਾ ਸੁਖ, ਸ਼ਾਂਤੀ, ਆਨੰਦ, ਖੇੜਾ ਪ੍ਰਾਪਤ ਕਰਦਾ ਹੈ, ਔਰ ਇਸ ਦੀ ਮਾਨਸਿਕਤਾ ਸੱਚੀ ਹੁੰਦੀ ਹੈ। ਅਗਲੀ ਪੌੜੀ ਵਿੱਚ ਗੁਰਦੇਵ ਜੀ ਬਚਨ ਕਰ ਰਹੇ ਨੇ, ਨਾਮ ਰਤੇ ਸਿੱਧ ਗੋਸ਼ਟ ਹੋਏ। ਇੱਥੇ ਗੋਸ਼ਟ ਦਾ ਮਤਲਬ ਹੈ ਮਿਲਾਪ, ਤੇ ਸਿੱਧ ਦਾ ਮਤਲਬ ਹੈ ਅਕਾਲ ਪੁਰਖ ਪ੍ਰਭੂ। ਸਿੱਧ ਦਾ ਮਤਲਬ ਅਕਾਲ ਪੁਰਖ ਤੇ ਗੋਸ਼ਟ ਦਾ ਮਤਲਬ ਹੈ ਮਿਲਾਪ। ਨਾਮ ਰਤੇ, ਨਾਮ ਦਾ ਮਤਲਬ ਹੁਕਮ, ਰਤੇ ਦਾ ਮਤਲਬ ਰੰਗਿਆ ਜਾ ਕੇ, ਯਾਨੀ ਰੱਬੀ ਰਜਾ ਵਿੱਚ ਤੁਰ ਕੇ ਹੀ ਪ੍ਰਭੂ ਮਿਲਾਪ ਹੁੰਦਾ ਹੈ। ਯਾਨੀ ਰੱਬੀ ਰਜਾ ਦੇ ਵਿੱਚ ਤੁਰਨਾ ਹੀ ਰੱਬ ਦਾ ਮਿਲਾਪ ਹੈ। ਰੱਬੀ ਰਜਾ ਵਿੱਚ ਤੁਰਨਾ ਜੋ ਲਾ ਆਫ ਨੇਚਰ ਹੈ, ਕੁਦਰਤ ਦੀ ਜੋ ਨਿਯਮਾਵਲੀ ਹੈ, ਰੱਬ ਦੀ ਰਜਾ ਜਿਸ ਨੂੰ ਅਸੀਂ ਕਹਿੰਦੇ ਹਾਂ, ਰੱਬ ਦੀ ਰਜਾ ਪਾਣਾ, ਹੁਕਮ, ਜਿਸ ਵਾਸਤੇ ਅਸੀਂ ਸ਼ਬਦ ਸਿਸਟਮ ਵੀ ਵਰਤਦੇ ਹਾਂ, ਤਾਂ ਹੁਕਮ ਦੇ ਅੰਦਰ ਜੋ ਆਪਣੀ ਸੁਰਤ ਨੂੰ ਰੰਗ ਲੈਂਦਾ ਹੈ, ਰੱਬੀ ਰਜਾ ਵਿੱਚ ਤੁਰਦਾ ਹੈ, ਉਸ ਦਾ ਹੀ ਸੱਚ ਦੇ ਨਾਲ, ਰੱਬ ਦੇ ਨਾਲ ਮਿਲਾਪ ਹੁੰਦਾ ਹੈ। ਤਾਂ ਦੇਖੋ ਹੁਣ ਕਿੰਨਾ ਸੌਖਾ ਸਾਧਨ ਹੈ ਕਿ ਰੱਬੀ ਰਜਾ ਦੇ ਅੰਦਰ ਤੁਰਨਾ ਹੈ, ਤੇ ਇਹ ਰਜਾ, ਇਹ ਹੁਕਮ ਪੂਰੀ ਕਾਇਨਾਤ ਦੇ ਉੱਤੇ ਲਾਗੂ ਹੈ। ਇਸ ਤੋਂ ਬਾਹਰ ਕੋਈ ਇਨਸਾਨ ਕਿਸੇ ਤਰ੍ਹਾਂ ਦਾ ਵੀ ਕਰਮ ਕਰ ਨਹੀਂ ਸਕਦਾ, ਕਿਉਂਕਿ ਸਿਸਟਮ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ ਹੈ। ਤਾਂ ਨਾਮ ਵਿੱਚ ਰੰਗਿਆ, ਭਾਵ ਰੱਬੀ ਰਜਾ ਦੇ ਅੰਦਰ ਤੁਰਿਆ ਹੀ ਸਿੱਧ ਦੇ ਮਤਲਬ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਨਾਮ ਰਤੇ ਸਦਾ ਤਪ ਹੋਏ। ਹੁਣ ਇੱਥੇ ਤਪ ਨੂੰ ਸਮਝ ਲੈਣਾ, ਤਪ ਲੋਕ ਕਰਦੇ ਨੇ ਕਿ ਸਾਨੂੰ ਸ਼ਾਂਤੀ ਮਿਲੇਗੀ, ਸੁੱਖ ਮਿਲੇਗਾ, ਪ੍ਰਭੂ ਮਿਲਾਪ ਹੋਏਗਾ। ਤੇ ਤਪ ਦਾ ਮਤਲਬ ਹੈ ਸਰੀਰ ਨੂੰ ਤਪਾਣਾ, ਤਨ ਨੂੰ ਕਸ਼ਟ ਦੇਣਾ। ਜਿਵੇਂ ਬਹੁਤ ਸਾਰੇ ਲੋਕ ਅੱਗ ਦੀਆਂ ਧੂਣੀਆਂ ਬਾਲ ਕੇ 5-4 ਤੇ ਆਪ ਵਿਚਕਾਰ ਬਹਿ ਜਾਂਦੇ ਨੇ, ਉਹਨੂੰ ਤਪ ਸਮਝਦੇ ਨੇ। ਕਈ ਸਾਰੇ ਲੋਕ ਨੇ ਠੰਡੇ ਪਾਣੀ ਦੇ ਵਿੱਚ ਖੜੇ ਨੇ, ਕਈ ਲੋਕ ਪੁੱਠੇ ਲਟਕੇ ਨੇ, ਕੋਈ ਕਿਸੇ ਤਰ੍ਹਾਂ ਔਰ ਕੋਈ ਕਿਸੇ ਤਰ੍ਹਾਂ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਤੇ ਉਹ ਸਮਝ ਰਿਹਾ ਹੈ ਕਿ ਸ਼ਾਇਦ ਐਵੇਂ ਕਰਨ ਦੇ ਨਾਲ ਜਿੰਨਾ ਮੈਂ ਜ਼ਿਆਦਾ ਕਸ਼ਟ ਦਵਾਂਗਾ, ਰੱਬ ਮੇਰੇ ਤੇ ਖੁਸ਼ ਹੋਏਗਾ ਔਰ ਮੈਨੂੰ ਰੱਬ ਮਿਲ ਜਾਏਗਾ। ਹੁਣ ਜੇ ਸਰੀਰ ਨੂੰ ਕਸ਼ਟ ਦਿੱਤਿਆਂ ਰੱਬ ਮਿਲਦਾ ਹੋਵੇ, ਤਾਂ ਅਸੀਂ ਦੇਖਦੇ ਹਾਂ ਐਕਸੀਡੈਂਟ ਹੋਣ ਦੇ ਨਾਲ ਕਿਵੇਂ ਲੋਕਾਂ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਨੇ, ਸਰੀਰ ਫਿੰਜਰਾ ਫਿੰਜਰਾ ਹੋ ਜਾਂਦਾ ਹੈ। ਉਹਨਾਂ ਨੂੰ ਰੱਬ ਮਿਲ ਜਾਏ, ਕਿਵੇਂ ਹਸਪਤਾਲਾਂ ਦੇ ਵਿੱਚ ਜਿਹੜੇ ਦੁਖੀ ਲੋਕ ਨੇ ਉਹ ਤੜਪ ਰਹੇ ਨੇ। ਤਾਂ ਸਰੀਰ ਨੂੰ ਕਸ਼ਟ ਦਿੱਤਿਆਂ ਜੇ ਰੱਬ ਮਿਲਦਾ ਹੋਵੇ ਜਾਂ ਸ਼ਾਂਤੀ ਮਿਲਦੀ ਹੋਵੇ, ਤਾਂ ਉਹਨਾਂ ਲੋਕਾਂ ਨੂੰ ਮਿਲ ਜਾਏ। ਇਸ ਲਈ ਇਹਨਾਂ ਤਪਾਂ ਦੇ ਨਾਲ ਮਾਨਸਿਕ ਸ਼ਾਂਤੀ ਦਾ ਕੋਈ ਸੰਬੰਧ ਨਹੀਂ ਹੈ, ਤੇ ਨਾ ਹੀ ਇਹਨਾਂ ਐਸੇ ਤਪਾਂ ਦੇ ਨਾਲ
ਕੋਈ ਸਮਾਜ ਦਾ ਹੀ ਵਿਕਾਸ ਹੋ ਸਕਦਾ ਹੈ। ਜਿਹੜਾ ਬੰਦਾ, ਹੁਣ ਅਸੀਂ ਦੇਖਦੇ ਹਾਂ ਕਿ ਇੱਕ ਬੰਦਾ ਹੈ, ਉਹ ਧੂਣੀਆਂ ਤਪਾ ਕੇ ਬੈਠਾ ਹੈ, ਇੱਕ ਤਾਂ ਪੋਲੂਸ਼ਨ ਫੈਲਾ ਰਿਹਾ ਹੈ, ਦੂਜੇ ਜਗ੍ਹਾ ਤੇ ਉਹ ਬਾਲਣ ਦਾ ਵਿਨਾਸ਼ ਕਰਦਾ ਹੈ ਪਿਆ, ਔਰ ਗਲੋਬਲ ਵਾਰਮਿੰਗ ਵਧਾਉਣ ਦੇ ਵਿੱਚ ਵੀ ਉਹਦਾ ਸਹਿਯੋਗ ਹੈ। ਇੱਕ ਤੇ ਤਪ ਹੈ ਉਹ ਜੋ ਬੰਦਾ ਅੱਗ ਦੀਆਂ ਧੂਣੀਆਂ ਤਪਾ ਕੇ ਤੇ ਆਪਣੇ ਤਨ ਨੂੰ ਕਸ਼ਟ ਦੇ ਰਿਹਾ ਹੈ, ਪਰ ਦੂਜੇ ਪਾਸੇ ਇੱਕ ਕਿਸਾਨ ਹੈ, ਇੱਕ ਮਜ਼ਦੂਰ ਹੈ, ਜੋ ਹਾੜ ਦੀ ਗਰਮੀ ਦੇ ਅੰਦਰ ਹਲ ਚਲਾ ਰਿਹਾ ਹੈ, ਕਈ ਚਲਾ ਰਿਹਾ ਹੈ, ਜਾਂ ਹਾੜ ਦੀ ਗਰਮੀ ਦੇ ਅੰਦਰ ਅਸੀਂ ਦੇਖਿਆ ਹੈ ਕਿਵੇਂ ਔਰਤਾਂ ਔਰ ਬੰਦੇ, ਬੱਚੇ ਗਰਮ ਲੋਕ ਦੀਆਂ ਤਸਲੇ ਭਰ ਕੇ ਤੇ ਸੜਕ ਦੇ ਉੱਤੇ ਪਾ ਰਹੇ ਹੁੰਦੇ ਨੇ। ਇੱਕ ਪਾਸੇ ਉਹ ਕਸ਼ਟ ਸਹਾਰ ਰਹੇ ਨੇ। ਹੁਣ ਕਿਹਦਾ ਕਸ਼ਟ ਸਹਾਰਿਆ ਹੋਇਆ ਸਫਲਾ ਹੈ? ਇੱਕ ਕਿਸਾਨ ਦਾ, ਜਾਂ ਕਿ ਇੱਕ ਬਾਬਾ ਜਿਹੜਾ ਵੈਸੇ ਹੀ ਅੱਗ ਬਾਲ ਕੇ ਤੇ ਬੈਠਾ ਹੈ? ਕਿਸਾਨ ਦਾ ਕਸ਼ਟ ਜਿਹੜਾ ਸਹਾਰਿਆ ਹੋਇਆ ਹੈ ਉਹ ਸਫਲਾ ਹੈ। ਉਹ ਆਪਣੇ ਲਈ ਵੀ ਅੰਨ ਪੈਦਾ ਕਰ ਰਿਹਾ ਹੈ ਤੇ ਲੋਕਾਂ ਵਾਸਤੇ ਵੀ ਅੰਨ ਪੈਦਾ ਕਰ ਰਿਹਾ ਹੈ, ਲੋਕਾਂ ਦਾ ਪੇਟ ਭਰ ਰਿਹਾ ਹੈ। ਜੋ ਸੜਕ ਦੇ ਉੱਤੇ ਮਜ਼ਦੂਰੀ ਬੰਦਾ ਕਰ ਰਿਹਾ ਹੈ ਨਾ, ਉਹ ਜਿੱਥੇ ਆਪਣੇ ਬੱਚੇ ਪਾਲ ਰਿਹਾ ਹੈ, ਉੱਥੇ ਲੋਕਾਂ ਦੇ ਆਵਾਜਾਈ ਵਾਸਤੇ ਕਿੰਨਾ ਸੁੰਦਰ ਰਾਸਤਾ ਤਿਆਰ ਕਰ ਰਿਹਾ ਹੈ। ਹੁਣ ਕਿਹੜਾ ਤਪ ਮਨਜ਼ੂਰ ਹੈ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜਿਹੜੇ ਤੁਹਾਡੇ ਤਪ ਨੇ, ਜਪ ਨੇ, ਇਹਨਾਂ ਜਪਾਂ ਤਪਾਂ ਦੀ ਕੋਈ ਕੀਮਤ ਨਹੀਂ ਹੈ। ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਤਾਂ ਨਾਮ ਰਤੇ ਸਦਾ ਤਪ ਹੋਏ। ਨਾਮ ਦਾ ਮਤਲਬ ਹੁਕਮ, ਹੁਕਮ ਦੇ ਅੰਦਰ ਤੁਰਨਾ ਹੀ ਤਪ ਹੈ। ਇਸ ਤੋਂ ਵੱਡੀ ਕੋਈ ਬੰਦਗੀ ਨਹੀਂ ਹੈ, ਇਸ ਤੋਂ ਵੱਡਾ ਕੋਈ ਤਪ ਨਹੀਂ ਹੈ। ਇਹ ਘਾਲਣਾ ਘਾਲਣੀ ਚਾਹੀਦੀ ਹੈ ਨਾਮ ਦੇ ਵਿੱਚ ਤੁਰਨ ਦੀ, ਹੁਕਮ ਦੇ ਵਿੱਚ ਤੁਰਨ ਦੀ, ਰਜਾ ਦੇ ਅੰਦਰ ਤੁਰਨ ਦੀ, ਸਿਸਟਮ ਨੂੰ ਫੋਲੋ ਕਰਨਾ ਹੀ ਤਪ ਹੈ। ਇਸ ਤੋਂ ਵੱਡਾ ਕੋਈ ਤਪ ਨਹੀਂ ਹੈ। ਰੱਬੀ ਰਜਾ ਦੇ ਅੰਦਰ ਤੁਰਨਾ, ਕੁਦਰਤ ਦੇ ਨਿਯਮਾਂ ਨੂੰ ਸਮਝਣਾ, ਸਮਾਜ ਦੇ ਨਿਯਮਾਂ ਨੂੰ ਸਮਝਣਾ, ਪਰਿਵਾਰ ਦੇ ਜੋ ਸਾਡੇ ਨੇਮ ਨੇ ਉਹਨਾਂ ਨੂੰ ਫੋਲੋ ਕਰਨਾ, ਆਪਣੇ ਫਰਜ਼ਾਂ ਨੂੰ ਇਮਾਨਦਾਰੀ ਦੇ ਨਾਲ ਨਿਭਾਣਾ, ਰਜਾ ਦੇ ਅੰਦਰ ਚੱਲ ਕੇ, ਇਹੀ ਸਭ ਤੋਂ ਵੱਡਾ ਤਪ ਹੈ। ਨਾਮ ਰਤੇ ਸੱਚ ਕਰਨੀ ਸਾਰ। ਹੁਣ ਸਾਰਿਆਂ ਤੋਂ ਸ੍ਰੇਸ਼ਟ ਕਰਨੀ ਕਿਹੜੀ ਹੈ? ਸਾਰਥਕ ਕਰਨੀ। ਆਮ ਅਸੀਂ ਦੇਖਦੇ ਹਾਂ ਕੁਝ ਲੋਕ ਵਰਤ ਰੱਖ ਰਹੇ ਨੇ, ਕੁਝ ਸਰਾਧ ਕਰਦੇ ਨੇ, ਕੁਝ ਤੀਰਥਾਂ ਤੇ ਨਹਾਉਂਦੇ ਨੇ, ਕੁਝ ਜਪ ਕਰਦੇ ਨੇ, ਕੁਝ ਤਪ ਕਰਦੇ ਨੇ, ਕੁਝ ਸੰਸਾਰ ਦਾ ਤਿਆਗ ਕਰਕੇ ਜੋਗੀ ਔਰ ਬਾਬੇ ਸੰਨਿਆਸੀ ਹੋ ਗਏ ਨੇ, ਤੇ ਸਾਰੇ ਹੀ ਆਪਣੇ ਆਪ ਨੂੰ ਚੰਗਾ ਕਹਿ ਰਹੇ ਨੇ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ हैं ਪਾਇਆ। ਕਿਸੇ ਨੇ ਵੀ ਆਪਣੇ ਆਪ ਨੂੰ ਘੱਟ ਨਹੀਂ ਅਖਵਾਇਆ। ਸਾਰੇ ਹੀ ਲੋਕ ਕਹਿੰਦੇ ਨੇ ਕਿ ਅਸੀਂ ਚੰਗੇ ਹਾਂ, ਅਸੀਂ ਮਹਾਨ ਹਾਂ। ਸਾਰੇ ਹੀ ਚੰਗੇ ਕਹਿ ਰਹੇ ਨੇ, ਸਾਰੇ ਹੀ ਆਪਣੇ ਆਪ ਨੂੰ ਵੱਡਾ ਕਹਿ ਰਹੇ ਨੇ ਕਿ ਸਾਡੀ ਕਰਨੀ ਚੰਗੀ ਹੈ। ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਵਾਸਤਵ ਦੇ ਅੰਦਰ ਸਭ ਤੋਂ ਚੰਗੀ ਕਰਨੀ ਕਿਹੜੀ ਹੈ, ਕਾਰ ਕਿਹੜੀ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਨਾਮ ਰਤੇ ਸੱਚ ਕਰਨੀ ਸਾਰ। ਹੁਕਮ ਦੇ ਅੰਦਰ ਤੁਰਨਾ, ਹੁਕਮ ਵਿੱਚ ਤੁਰਨਾ ਹੀ ਸੱਚੀ ਕਰਨੀ ਹੈ, ਹੁਕਮ ਵਿੱਚ ਤੁਰਨਾ ਹੀ ਸ੍ਰੇਸ਼ਟ ਕਰਨੀ ਹੈ। ਸੱਚ ਨੂੰ ਅਪਣਾਣਾ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਔਰ ਹੁਕਮ ਦੇ ਅੰਦਰ ਰੱਬੀ ਰਜਾ ਦੇ ਅੰਦਰ ਤੁਰਨਾ, ਇਹ ਸਭ ਤੋਂ ਸੱਚੀ ਔਰ ਸਭ ਤੋਂ ਸ੍ਰੇਸ਼ਟ ਕਰਨੀ ਹੈ। ਇਸ ਤੋਂ ਉੱਤੇ ਹੋਰ ਕੋਈ ਕਰਨੀ ਨਹੀਂ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਦਾ ਮਤਲਬ ਹੁਕਮ, ਜਪ ਦਾ ਮਤਲਬ ਜਾਣਨਾ, ਰੱਬੀ ਹੁਕਮ ਨੂੰ ਸਮਝਣਾ, ਔਰ ਚੰਗੇ ਕਰਮ ਕਰਨੇ, ਸ੍ਰੇਸ਼ਟ ਕਰਮ ਕਰਨੇ ਹੀ ਇਹ ਸਾਰਿਆਂ ਤੋਂ ਚੰਗਾ ਉੱਚਾ ਸੁੱਚਾ ਧਰਮ ਹੈ। ਸਭ ਤੋਂ ਮਹਾਨ ਵੱਡੇ ਇਹ ਹੀ ਫਰਜ਼ ਨੇ। ਤਾਂ ਨਾਮ ਰਤੇ ਸੱਚ ਕਰਨੀ ਸਾਰ, ਪ੍ਰਭੂ ਦੇ ਹੁਕਮ ਵਿੱਚ ਲੱਗਣਾ ਹੀ ਸੱਚੀ ਔਰ ਸਭ ਤੋਂ ਉੱਤਮ ਸ੍ਰੇਸ਼ਟ ਕਰਨੀ ਹੈ। ਇਸ ਤੋਂ ਉੱਤੇ ਹੋਰ ਕੋਈ ਕਰਨੀ ਨਹੀਂ। ਜਿਵੇਂ ਜੋਗੀ ਜੰਗਲਾਂ ਵਿੱਚ ਵਿਚਰ ਰਹੇ ਨੇ ਜਾਂ ਸਮਾਧੀਆਂ ਵਗੈਰਾ ਲਗਾ ਰਹੇ ਨੇ, ਤਾਂ ਗੁਰੂ ਜੀ ਕਹਿੰਦੇ ਨੇ ਸਭ ਤੋਂ ਉੱਚੀ ਕਰਨੀ ਹੈ ਰਜਾ ਦੇ ਵਿੱਚ ਰਹਿਣਾ ਔਰ ਸੱਚੀ ਜ਼ਿੰਦਗੀ ਜੀਣੀ। ਨਾਮ ਰਤੇ ਗੁਣ ਗਿਆਨ ਵਿਚਾਰ। ਹੁਣ ਰੱਬੀ ਹੁਕਮ ਦੇ ਅੰਦਰ ਜੋ ਰੰਗਿਆ ਜਾਏਗਾ, ਰੱਬੀ ਹੁਕਮ ਦੇ ਨਾਲ ਜਿਸ ਦੀ ਪ੍ਰੀਤ ਹੋਏਗੀ, ਤਾਂ ਉਹਨੂੰ ਕੀ ਮਿਲੇਗਾ? ਨਾਮ ਵਿੱਚ ਰੱਤੇ ਰਿਆਂ, ਯਾਨੀ ਹੁਕਮ ਦੇ ਅੰਦਰ ਰੰਗੇ ਰਿਆਂ, ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਬਣਦੀ ਹੈ। ਗਿਆਨ ਦਾ ਮਤਲਬ ਜਾਣਕਾਰੀ, ਜਾਣ ਪਛਾਣ ਬਣਦੀ ਹੈ, ਸਾਂਝ ਬਣਦੀ ਹੈ। ਜੋ ਰੱਬੀ ਰਜਾ ਦੇ ਅੰਦਰ ਚੱਲਦੇ ਨੇ, ਉਹਨਾਂ ਦੇ ਅੰਦਰ ਗੁਣ, ਨੇਕੀਆਂ, ਗਿਆਨ, ਇਹਨਾਂ ਦੀ ਵਿਚਾਰ ਪੈਦਾ ਹੋ ਜਾਂਦੀ ਹੈ। ਉਹ ਭਲੇ ਕਰਮ ਕਰਦੇ ਨੇ ਔਰ ਉਹ ਗੁਣਾਂ ਦੀ ਵਿਚਾਰ ਕਰਦੇ ਨੇ। ਕੌਣ? ਜੋ ਰੱਬੀ ਰਜਾ ਦੇ ਅੰਦਰ ਤੁਰਦੇ ਨੇ।
ਕਿਉਂਕਿ ਰਜਾ ਦੇ ਅੰਦਰ ਰਹਿ ਕੇ ਹੀ ਗੁਣਾਂ ਨੂੰ ਅਪਣਾਇਆ ਜਾ ਸਕਦਾ ਹੈ। ਰੱਬੀ ਰਜਾ ਵਿੱਚ ਤੁਰਨਾ ਹੀ ਸਭ ਤੋਂ ਵੱਡਾ ਗੁਣ ਹੈ ਤੇ ਉਹਨਾਂ ਦੀ ਜਿਹੜੀ ਜਾਣ ਪਛਾਣ ਹੈ ਗੁਣਾਂ ਦੇ ਨਾਲ ਹੁੰਦੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਸੋਹਣੇ ਵਿਚਾਰ ਹੁੰਦੇ ਨੇ ਤੇ ਸੋਹਣੇ ਵਿਚਾਰਾਂ ਵਾਸਤੇ, ਚੰਗੇ ਕਰਮਾਂ ਵਾਸਤੇ ਔਰ ਗੁਣਾਂ ਦੇ ਧਾਰਨੀ ਹੋਣ ਵਾਸਤੇ ਸੰਸਾਰ ਨੂੰ ਤਿਆਗਣ ਦੀ ਲੋੜ ਥੋੜਾ ਹੀ ਹੈ। ਗੁਣਾਂ ਦੀ ਵਿਚਾਰ ਜਾਂ ਗੁਣਾਂ ਦਾ ਜਿਹੜਾ ਹੈ ਅਸੀਂ ਵਰਤੋਂ ਕਰਨੀ ਹੈ, ਉਹ ਤੇ ਸਮਾਜ ਵਿੱਚ ਕਰਨੀ ਹੈ। ਜੰਗਲਾਂ ਵਿੱਚ ਥੋੜੀ ਜਾ ਕੇ ਗੁਣਾਂ ਦੀ ਵਰਤੋਂ ਕਰਨੀ ਹੈ। ਗ੍ਰਸਤ ਦੇ ਵਿੱਚ ਰਹਿੰਦੇ ਆ, ਸਮਾਜ ਦੇ ਅੰਦਰ ਰਹਿੰਦੇ ਆ, ਅਸੀਂ ਗੁਣਾਂ ਵਾਲੀ ਜ਼ਿੰਦਗੀ ਜੀਣੀ ਹੈ, ਸੱਚੀ ਜ਼ਿੰਦਗੀ ਜੀਣੀ ਹੈ, ਰੱਬੀ ਰਜਾ ਦੇ ਅੰਦਰ ਤੁਰਨਾ ਹੈ, ਆਪਣੇ ਜੀਵਨ ਨੂੰ, ਪਰਿਵਾਰ ਨੂੰ, ਸਮਾਜ ਨੂੰ ਸੋਹਣਾ ਬਣਾਉਣਾ ਹੈ। ਬਿਨ ਨਾਮੈ ਬੋਲੇ ਸਭ ਵਿਕਾਰ। ਜੋ ਨਾਮ ਹੈ, ਰੱਬੀ ਹੁਕਮ ਹੈ, ਇਸ ਤੋਂ ਬਿਨਾ ਜੋ ਵੀ ਬੰਦਾ ਬੋਲਦਾ ਹੈ ਉਹ ਸਭ ਵਿਅਰਥ ਬੋਲਦਾ ਹੈ, ਉਹ ਸਭ ਬੇਕਾਰ ਹੈ, ਵਿਅਰਥ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ। ਦੇਖੋ ਕਿ ਰੱਬੀ ਰਜਾ ਤੋਂ ਬਾਹਰ ਕੁਝ ਹੋ ਸਕਦਾ ਹੈ? ਹੁਕਮ ਤੋਂ ਬਿਨਾ, ਸਿਸਟਮ ਤੋਂ ਬਾਹਰ ਤੇ ਕੁਝ ਵੀ ਨਹੀਂ ਹੋ ਸਕਦਾ। ਸਾਡੀਆਂ ਆਪਣੀਆਂ ਬਣਾਈਆਂ ਚੀਜ਼ਾਂ ਨੇ। ਹੁਣ ਦੇਖੋ ਸਿਸਟਮ ਹੈ ਨਾ, ਕਾਰ ਅਸੀਂ ਚਲਾ ਰਹੇ ਹਾਂ ਤੇ ਜੇ ਅਸੀਂ ਬੈਕ ਗੇਅਰ ਪਾ ਕੇ ਤੇ ਕਾਰ ਨੂੰ ਅੱਗੇ ਨੂੰ ਚਲਾਉਣਾ ਚਾਹੀਏ ਤਾਂ ਨਹੀਂ ਚੱਲੇਗੀ ਨਾ, ਕਿਉਂਕਿ ਸਿਸਟਮ ਨਹੀਂ ਹੈ ਨਾ। ਇਹ ਬੇਕਾਰ ਹੈ, ਗੱਲ ਹੀ ਵਿਅਰਥ ਦੀ ਹੈ, ਕਮਲ ਕੁੱਟਣ ਵਾਲੀ ਗੱਲ ਹੈ ਕਿ ਜੇ ਕਾਰ ਅੱਗੇ ਨੂੰ ਚਲਾਣੀ ਹੈ ਤੇ ਬੈਕ ਗੇਅਰ ਲਾ ਕੇ ਚਲਾਓ, ਨਹੀਂ ਚੱਲੇਗੀ। ਇਸੇ ਤਰ੍ਹਾਂ ਜੇ ਕੋਈ ਬ੍ਰੇਕ ਦੀ ਜਗ੍ਹਾ ਤੇ ਰੇਸ ਦਬਾਏ ਤੇ ਕਾਰ ਅੱਗੇ ਕੰਧ ਵਿੱਚ ਜਾ ਕੇ ਠੁਕੇਗੀ ਨਾ। ਜੇ ਕੋਈ ਕਹੇ ਵੀ ਠੀਕ ਗੇਅਰ ਵਿੱਚ ਕਾਰ ਪਈ, ਕਲੱਚ ਛੱਡ ਦੋ ਤੇ ਰੇਸ ਦਬਾਈ ਜਾਓ ਤੇ ਕਾਰ ਰੁਕ ਜਾਏਗੀ। ਹੁਣ ਰੇਸ ਨਾਲ ਥੋੜੀ ਰੁਕੇਗੀ ਤਾਂ ਬੇਵਕੂਫੀ ਹੈ ਨਾ, ਤਾਂ ਗਲਤੀ ਹੈ ਨਾ, ਬੇਸਮਝੀ ਹੈ। ਸਿਸਟਮ ਦੇ ਵਿੱਚ ਸਾਰਾ ਕੁਝ ਹੋਏਗਾ, ਸਿਸਟਮ ਤੋਂ ਬਾਹਰ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਬਿਨ ਨਾਮੈ ਬੋਲੇ ਸਭ ਵਿਕਾਰ। ਜੋ ਸਿਸਟਮ ਤੋਂ ਬਾਹਰ ਬੋਲਣਾ ਹੈ ਉਹ ਸਭ ਵਿਅਰਥ ਹੈ, ਕਿਉਂਕਿ ਸਿਸਟਮ ਤੋਂ ਬਾਹਰ ਹੋਣਾ ਹੀ ਨਹੀਂ ਕੁਝ। ਜਿਵੇਂ ਹੁਣ ਆਮ ਅਸੀਂ ਕਰਾਮਾਤਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਸਿਸਟਮ ਤੋਂ ਬਾਹਰ ਕੁਝ ਹੈ ਹੀ ਨਹੀਂ। ਜਦੋਂ ਗੁਰੂ ਪਾਤਸ਼ਾਹ ਜੀ ਆਪ ਕਹਿੰਦੇ ਨੇ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੂੰ ਮੈਂ ਕਹਿ ਨਾ ਕੋਏ। ਰੱਬੀ ਰਜਾ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਔਰ ਜੇ ਕੋਈ ਕਹਿੰਦਾ ਹੈ ਕਿ ਰੱਬੀ ਰਜਾ ਤੋਂ ਬਾਹਰ ਵੀ ਕੁਝ ਹੋ ਸਕਦਾ ਹੈ ਤਾਂ ਗੁਰੂ ਜੀ ਕਹਿੰਦੇ ਨੇ ਉਹ ਵਿਅਰਥ ਦੇ ਬੋਲ ਬੁਲਾਰੇ ਨੇ, ਉਹ ਬੇਕਾਰ ਦੀ ਗੱਲ ਹੈ, ਐਸਾ ਹੋ ਨਹੀਂ ਸਕਦਾ। ਨਾਨਕ ਨਾਮ ਰਤੇ ਤਿਨ ਕੋ ਜੈਕਾਰ। ਨਾਮ ਵਿੱਚ ਜੋ ਰਤੇ ਨੇ, ਭਾਵ ਜੋ ਹੁਕਮ ਦੇ ਅੰਦਰ ਰੰਗੇ ਹੋਏ ਨੇ, ਜੋ ਰੱਬੀ ਰਜਾ ਦੇ ਅੰਦਰ ਚੱਲਦੇ ਨੇ, ਉਹਨਾਂ ਨੂੰ ਸਾਡੀ ਨਮਸਕਾਰ ਹੈ। ਜੈਕਾਰ ਦਾ ਮਤਲਬ ਉਹਨਾਂ ਦੀ ਜੈ ਜੈਕਾਰ ਹੈ। ਉਹਨਾਂ ਨੂੰ ਇਸ ਸੰਸਾਰ ਵਿੱਚ ਮਾਣ ਮਿਲਦਾ ਹੈ, ਉਹਨਾਂ ਨੂੰ ਸਾਡੀ ਜੈਕਾਰ ਹੈ, ਉਹਨਾਂ ਨੂੰ ਸਾਡੀ ਨਮਸਕਾਰ ਹੈ। ਭਾਵ ਉਹ ਸਤਿਕਾਰਯੋਗ ਨੇ। ਉਹਨਾਂ ਇਨਸਾਨਾਂ ਨੂੰ ਇਸ ਦੁਨੀਆ ਦੇ ਅੰਦਰ ਮਾਣ ਮਿਲਦਾ ਹੈ, ਉਹਨਾਂ ਨੂੰ ਸਤਿਕਾਰ ਮਿਲਦਾ ਹੈ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਜੋ ਹੁਕਮ ਰਜਾ ਦੇ ਅੰਦਰ ਚੱਲਦੇ ਨੇ। ਹੁਣ ਦੇਖੋ ਇਸ ਚੀਜ਼ ਨੂੰ ਅਸੀਂ ਥੋੜਾ ਜਿਹਾ ਜੇ ਵਿਚਾਰੀਏ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਸ਼ਹੀਦੀ ਪੁਰਬ ਵੀ ਹੈ ਨਾ, ਤਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਰੱਬੀ ਰਜਾ ਦੇ ਅੰਦਰ, ਹੁਕਮ ਦੇ ਅੰਦਰ ਨੇ ਨਾ। ਉਹਨਾਂ ਨੂੰ ਪਤਾ ਹੈ ਕਿ ਜੇ ਆਪਣਾ ਅਸੀਂ ਸਰੀਰ ਬਚਾਉਂਦੇ ਵੀ ਹਾਂ ਤਾਂ ਆਖਿਰ ਤਾਂ ਸਰੀਰ ਨੇ ਫਿਰ ਵੀ ਉਹਦਾ ਵਿਨਾਸ਼ ਹੋਣਾ ਹੈ। ਇਸ ਕਰਕੇ ਉਹਨਾਂ ਨੇ ਆਪਣੀ ਜ਼ਮੀਰ ਦਾ ਤਿਆਗ ਨਹੀਂ ਕੀਤਾ, ਸੱਚ ਦਾ ਤਿਆਗ ਨਹੀਂ ਕੀਤਾ, ਸੱਚ ਦੇ ਨਾਲ ਉਹ ਜੁੜੇ ਰਹਿਣਾ। ਔਰ ਉਹਨਾਂ ਦੀ ਹੀ ਜੈ ਜੈਕਾਰ ਹੈ। ਸੱਚ ਦੇ ਨਾਲ ਜੋ ਜੁੜੇ ਨੇ, ਰਜਾ ਦੇ ਵਿੱਚ ਤੁਰਦੇ ਨੇ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਹੁਣ ਜਿੰਨੇ ਵੀ ਅਰਦਾਸ ਵਿੱਚ ਅਸੀਂ ਨਾਮ ਲੈਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਸ਼ ਸ਼ੀਸ ਦਿੱਤੇ, ਰਜਾ ਭਾਣੇ ਨੂੰ ਫੋਲੋ ਕੀਤਾ ਨਾ, ਤੇ ਰਜਾ ਭਾਣੇ ਦੇ ਅੰਦਰ ਤੁਰਨ ਵਾਲਿਆਂ ਨੂੰ ਹੀ ਮਾਣ, ਆਦਰ ਔਰ ਸਤਿਕਾਰ ਮਿਲਿਆ ਧਰਮ ਦੀ ਦੁਨੀਆ ਵਿੱਚ। ਤੇ ਜੇ ਸਾਇੰਸ ਦੀ ਦੁਨੀਆ ਵਿੱਚ ਵੇਖੋਗੇ ਤਾਂ ਉਹਨਾਂ ਨੂੰ ਹੀ ਮਾਣ ਆਦਰ ਮਿਲਿਆ ਹੈ ਜਿਨ੍ਹਾਂ ਨੇ ਇਸ ਸਿਸਟਮ ਨੂੰ ਸਮਝਿਆ ਹੈ। ਉਹਨਾਂ ਨੇ ਹੀ ਖੋਜਾਂ ਕੀਤੀਆਂ ਨੇ, ਚਾਹੇ ਉਹ ਗ੍ਰੇਵਿਟੀ ਫੋਰਸ ਦੀ ਹੈ, ਜਾਂ ਉਹ ਹਵਾਈ ਜਹਾਜ਼ਾਂ ਦੀ ਖੋਜ ਕੀਤੀ ਹੈ, ਜਾਂ ਪਾਣੀ ਤੇ ਚੱਲਣ ਵਾਲੇ ਜਹਾਜ਼ ਨੇ, ਜਾਂ ਕੰਪਿਊਟਰ ਹੈ। ਸਾਰੇ ਸਿਸਟਮ ਦੀ ਖੋਜ ਕੀਤੀ ਹੈ ਨਾ, ਸਿਸਟਮ ਨੂੰ ਖੋਜਿਆ ਹੈ, ਪੜਤਾਲਿਆ ਹੈ, ਸਮਝਿਆ ਹੈ, ਤੇ ਜਿਨ੍ਹਾਂ ਨੇ ਸਮਝਿਆ ਉਹਨਾਂ ਨੂੰ ਮਾਣ ਆਦਰ ਮਿਲਿਆ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਸੰਸਾਰ ਨੂੰ ਛੱਡਣ ਦੀ ਲੋੜ ਨਹੀਂ,
ਗ੍ਰਸਤ ਤਿਆਗਣ ਦੀ ਲੋੜ ਨਹੀਂ, ਸਗੋਂ ਗ੍ਰਸਤ ਦੇ ਅੰਦਰ ਰਹਿ ਕੇ ਸੱਚ ਦੇ ਧਾਰਨੀ ਹੋਣਾ ਹੈ, ਰਜਾ ਭਾਣੇ ਸਿਸਟਮ ਦੇ ਅੰਦਰ ਚੱਲਣਾ ਹੈ। ਇਹ ਯੋਗੀ ਜਨੋ, ਜਿਹੜੇ ਕਰਮ ਤੁਸੀਂ ਕਰ ਰਹੇ ਹੋ, ਇਹਨਾਂ ਦੇ ਨਾਲ ਕਦੇ ਸਮਾਜ ਦਾ ਭਲਾ ਨਹੀਂ ਹੋ ਸਕਦਾ, ਇਹਨਾਂ ਨਾਲ ਕਦੇ ਜੀਵਨ ਦਾ ਵਿਕਾਸ ਨਹੀਂ ਹੋ ਸਕਦਾ, ਮਾਨਸਿਕਤਾ ਦੇ ਅੰਦਰ ਮਹਾਨਤਾ ਨਹੀਂ ਆ ਸਕਦੀ। ਇਸ ਲਈ ਜ਼ਰੂਰਤ ਹੈ ਸਿਸਟਮ ਨੂੰ ਸਮਝਣ ਦੀ, ਜ਼ਰੂਰਤ ਹੈ ਹੁਕਮ ਔਰ ਰਜਾ ਨੂੰ ਸਮਝਣ ਦੀ। ਹੁਣ ਇਹ ਨਾਮ, ਇਹ ਹੁਕਮ, ਸਿਸਟਮ, ਰਜਾ, ਭਾਣਾ, ਇਹਦੀ ਸਮਝ ਕਿਵੇਂ ਆਵੇ? ਤਾਂ ਗੁਰੂ ਜੀ ਕਹਿੰਦੇ ਨੇ ਪੂਰੇ ਗੁਰ ਤੇ ਨਾਮ ਪਾਇਆ ਜਾਏ। ਪੂਰੇ ਗੁਰਾਂ ਦੇ ਰਾਹੀਂ ਇਸ ਹੁਕਮ ਦੀ ਸੂਝ ਪ੍ਰਾਪਤ ਹੁੰਦੀ ਹੈ। ਗੁਰੂ ਤੋਂ ਸਾਨੂੰ ਗਿਆਨ ਦੀ ਦਾਤ ਮਿਲੇਗੀ। ਗੁਰੂ ਸ਼ਬਦ ਦਾ ਮੀਨਿੰਗ ਹੀ ਇਹ ਹੈ ਅਗਿਆਨ ਵਿਨਾਸ਼ਕ, ਜਿਹੜਾ ਸਾਡੇ ਅਗਿਆਨ ਨੂੰ ਨਿਗਲ ਜਾਏ, ਜੋ ਅਗਿਆਨ ਨੂੰ ਖਤਮ ਕਰਕੇ ਗਿਆਨ ਦਾ ਚਾਨਣਾ ਦੇਵੇ। ਤਾਂ ਪੂਰੇ ਗੁਰੂ ਤੋਂ ਸਾਨੂੰ ਹੁਕਮ ਦੀ ਸੂਝ ਮਿਲੇਗੀ ਜਦੋਂ ਅਸੀਂ ਗਿਆਨ ਦੀ ਵਰਤੋਂ ਕਰਾਂਗੇ। ਜਿਵੇਂ ਆਪਾਂ ਕਲਾਸ ਵਿੱਚ ਪਿੱਛੇ ਵੀਰ ਜੀ ਵਿਚਾਰ ਰਹੇ ਸਨ ਕਿ ਆਪਣੇ ਦਿਮਾਗ ਨੂੰ ਯੂਜ਼ ਕਰਨਾ ਹੈ, ਅਕਲ ਨੂੰ ਯੂਜ਼ ਕਰਨਾ ਹੈ ਗੁਰੂ ਦੀ ਪਾਵਨ ਬਾਣੀ ਮੁਤਾਬਕ। ਆਪ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰਨਾ ਹੈ। ਗੁਰੂ ਜੀ ਨੇ ਸਾਨੂੰ ਗਿਆਨ ਦੀ ਦਾਤ ਦਿੱਤੀ ਹੈ, ਔਰ ਜਦੋਂ ਕਾਮਨ ਸੈਂਸ ਮਿਲ ਜਾਂਦੀ ਹੈ, ਵਿਵੇਕ ਬੁੱਧ ਮਿਲਦੀ ਹੈ, ਫਿਰ ਸਾਨੂੰ ਇਹ ਸਮਝ ਆ ਜਾਂਦੀ ਕਿ ਸਾਰਾ ਕੁਝ ਵਾਸਤਵ ਵਿੱਚ ਇਸ ਸਿਸਟਮ ਵਿੱਚ ਹੈ। ਚਾਹੇ ਉਹ ਹਵਾ ਹੈ, ਚਾਹੇ ਅੱਗ ਹੈ, ਪੌਣ ਹੈ, ਪਾਣੀ ਹੈ, ਬੇਸੰਤਰ ਹੈ, ਧਰਤੀ, ਚੰਦਰਮਾ, ਗ੍ਰਹਿ ਨਕਸ਼ਤਰ, ਤਾਰੇ ਸਿਆਰੇ ਸਿਤਾਰੇ, ਜਾਂ ਖੰਡ ਮੰਡਲ ਬ੍ਰਹਿਮੰਡ ਨੇ, ਆਕਾਸ਼ ਗੰਗਾਵਾਂ ਨੇ, ਨਿੱਕੇ ਜਿਹੇ ਬੈਕਟੀਰੀਏ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਜੋ ਵੀ ਜੀਵ ਜੰਤ ਨੇ, ਸਾਰੇ ਰਜਾ ਦੇ ਵਿੱਚ ਨੇ, ਸਾਰੇ ਹੁਕਮ ਦੇ ਵਿੱਚ ਨੇ, ਸਾਰੇ ਸਿਸਟਮ ਦੇ ਵਿੱਚ ਨੇ। ਤਾਂ ਇਹ ਜੋ ਸਿਸਟਮ ਹੈ, ਇਹ ਜੋ ਹੁਕਮ ਹੈ, ਇਹਦੀ ਸੂਝ ਸਾਨੂੰ ਗੁਰੂ ਰਾਹੀਂ ਮਿਲਦੀ ਹੈ। ਹੁਣ ਇਹਨਾਂ ਪੰਕਤੀਆਂ ਦੇ ਗਲਤ ਅਰਥ ਕਰਕੇ ਕਿੰਨੇ ਸਾਰੇ ਦੇਹਧਾਰੀ ਗੁਰੂ ਬਣ ਗਏ ਵੀ ਪੂਰੇ ਗੁਰ ਤੇ ਨਾਮ ਪਾਇਆ ਜਾਏ, ਵੀ ਅਸੀਂ ਨਾਮ ਲਿਆ ਹੈ। ਨਾਮ ਕੋਈ ਸਬਜ਼ੀ ਥੋੜੀ ਵੀ ਗੁਆਂਢੀਆਂ ਨੇ ਬਣਾਈ ਹੈ ਤੇ ਕੌਲੀ ਚ ਪਵਾ ਕੇ ਲੈ ਆਵੋ, ਅਸੀਂ ਫਲਾਂ ਤੋਂ ਨਾਮ ਲਿਆ ਹੈ। ਕਿੰਨੇ ਸਾਰੇ ਨਾਮ ਦੇਣ ਵਾਲੇ ਬਣ ਗਏ। ਨਾਮ ਦੇਣ ਔਰ ਲੈਣ ਵਾਲੀ ਚੀਜ਼ ਨਹੀਂ ਹੈ, ਨਾਮ ਸਮਝਣ ਵਾਲੀ ਚੀਜ਼ ਹੈ, ਹੁਕਮ ਸਮਝਣ ਵਾਲੀ ਚੀਜ਼ ਹੈ। ਹੁਕਮ ਦੇ ਅੰਦਰ ਸਾਂ ਜ਼ਿੰਦਗੀ ਜੀਣੀ ਹੈ, ਹੁਕਮ ਅਨੁਸਾਰ ਜੀਵਨ ਬਤੀਤ ਕਰਨਾ ਹੈ, ਹੁਕਮ ਦੇ ਅੰਦਰ ਸਾਰਾ ਬ੍ਰਹਿਮੰਡ ਕਾਰਜਸ਼ੀਲ ਹੈ। ਤਾਂ ਇਹਦੀ ਸੂਝ ਸਾਨੂੰ ਗੁਰੂ ਰਾਹੀਂ ਹੋਵੇਗੀ। ਜੋਗ ਜੁਗਤ ਸੱਚ ਰਹਿ ਸਮਾਏ। ਸੱਚ ਰਹਿ ਸਮਾਏ ਦਾ ਮਤਲਬ ਸੱਚ ਦੇ ਅੰਦਰ ਸਮਾਇਆ ਰਹਿਣਾ। ਜੋਗ ਦਾ ਮਤਲਬ ਰੱਬ ਦੇ ਨਾਲ ਜੁੜਨਾ। ਜੁਗਤ ਦਾ ਮਤਲਬ ਜੁਗਤੀ, ਢੰਗ। ਜੋਗ ਜੁਗਤ ਦਾ ਮਤਲਬ ਰੱਬ ਦੇ ਨਾਲ ਜੁੜਨ ਦੀ ਜੁਗਤੀ। ਇਹ ਕੀ ਹੈ? ਸੱਚ ਰਹਿ ਸਮਾਏ, ਸੱਚ ਦੇ ਅੰਦਰ ਲੀਨ ਰਹਿਣਾ, ਸੱਚ ਵਿੱਚ ਸਮਾ ਜਾਣਾ ਹੀ ਜੋਗ ਦੀ ਜੁਗਤੀ ਹੈ। ਹੋਰ ਕਿਸੇ ਜੋਗ ਦੇ ਨਾਲ ਰੱਬ ਨੂੰ ਨਹੀਂ ਪਾਇਆ ਜਾਂਦਾ, ਸਗੋਂ ਸੱਚ ਦੇ ਅੰਦਰ ਸਮਾ ਜਾਣਾ, ਜੋ ਸਾਡੀ ਸੁਰਤ ਹੈ, ਮੈਂਟੈਲਿਟੀ ਹੈ, ਇਹ ਸੱਚ ਦੇ ਅੰਦਰ ਸਮਾ ਜਾਏ, ਇਹੀ ਰੱਬ ਦੇ ਮਿਲਾਪ ਦਾ ਸਾਧਨ ਹੈ, ਇਹੀ ਜੁਗਤੀ ਹੈ, ਹੋਰ ਕੋਈ ਜੁਗਤੀ ਨਹੀਂ। ਤੇ ਇਹਦੇ ਵਾਸਤੇ ਹੁਣ ਸਾਨੂੰ ਸਮਾਧੀਆਂ ਲਾਉਣ ਦੀ ਲੋੜ ਥੋੜਾ ਹੈ। ਸੱਚ ਵਿੱਚ ਸਮਾਨ ਲਈ ਅੱਖਾਂ ਬੰਦ ਕਰਨ ਦੀ ਲੋੜ ਥੋੜਾ ਹੈ, ਸਾਨੂੰ ਅੱਖਾਂ ਖੋਲਣ ਦੀ ਜ਼ਰੂਰਤ ਹੈ। ਸੱਚ ਵਿੱਚ ਲੀਨ ਹੋਣ ਲਈ, ਆਪਣੀ ਸੁਰਤ ਨੂੰ ਸੱਚ ਵਿੱਚ ਲੀਨ ਹੋਣ ਵਾਸਤੇ ਜੰਗਲਾਂ ਵਿੱਚ ਜਾਣ ਦੀ ਜ਼ਰੂਰਤ ਥੋੜਾ ਹੈ ਕਿ ਸਿਰ ਵਿੱਚ ਸੁਆਹ ਪਾਣੀ ਹੈ, ਜਾਂ ਅਸੀਂ ਕੰਨ ਪੜਵਾਣੇ ਨੇ, ਜਾਂ ਬਾਹਰਲੇ ਭੇਖ ਧਾਰਨ ਕਰਨੇ ਨੇ ਤਾਂ ਅਸੀਂ ਸੱਚ ਬੋਲ ਸਕਾਂਗੇ, ਜਾਂ ਖਾਸ ਪਹਿਨਾਵਾ ਪਹਿਨ ਕੇ ਅਸੀਂ ਸੱਚ ਬੋਲ ਸਕਦੇ ਹਾਂ। ਕਿ ਸਾਨੂੰ ਸੱਚ ਬੋਲਣ ਵਾਸਤੇ ਕਮੀਜ਼ ਪਜਾਮਾ ਹੀ ਪਾਣਾ ਪੈਣਾ ਹੈ, ਪੈਂਟ ਸ਼ਰਟ ਵਾਲਾ ਬੰਦਾ ਸੱਚ ਨਹੀਂ ਬੋਲ ਸਕਦਾ। ਐਵੇਂ ਥੋੜਾ ਹੈ। ਸੱਚ ਤਾਂ ਹਰ ਥਾਂ ਤੇ ਬੋਲਿਆ ਜਾ ਸਕਦਾ ਹੈ, ਸੱਚ ਨੂੰ ਹਰ ਥਾਂ ਤੇ ਅਪਣਾਇਆ ਜਾ ਸਕਦਾ ਹੈ, ਸੱਚ ਨੂੰ ਹਰ ਥਾਂ ਤੇ ਸਮਝਿਆ ਜਾ ਸਕਦਾ ਹੈ। ਤਾਂ ਸੱਚ ਦੇ ਅੰਦਰ ਆਪਣੀ ਸੁਰਤ ਨੂੰ ਜੋੜ ਲੈਣਾ ਹੀ ਰੱਬ ਦੇ ਨਾਲ ਮਿਲਣ ਦੀ ਜੁਗਤੀ ਹੈ, ਹੋਰ ਕੋਈ ਜੁਗਤੀ ਨਹੀਂ ਹੈ। ਸੱਚ ਵਿੱਚ ਸਮਾ ਜਾਣਾ ਹੀ ਰੱਬ ਦੇ ਅੰਦਰ ਸਮਾ ਜਾਣਾ ਹੈ। ਸਾਡੀ ਮੈਂਟੈਲਿਟੀ, ਸਾਡੀ ਸੋਚ ਸੱਚ ਦੇ ਅੰਦਰ ਸਮਾ ਜਾਏ ਤਾਂ ਇਹ ਜੋਗੀ ਜਨੋ ਸੱਚ ਦੇ ਨਾਲ, ਸੱਚ ਵਿੱਚ ਸਮਾ ਜਾਣਾ ਹੀ ਜੋਗ ਦੀ ਅਸਲ ਜੁਗਤੀ ਹੈ, ਜੀਵਨ ਦਾ ਅਸਲ ਢੰਗ ਹੈ, ਪ੍ਰਭੂ ਮਿਲਾਪ ਦਾ ਇੱਕੋ ਇੱਕ ਸਾਧਨ ਹੈ। ਕਿਉਂਕਿ ਸੱਚ ਪਰਮੇਸ਼ਰ, ਨਿਤ ਨਵਾਂ ਰੱਬ ਹੈ ਹੀ ਇੱਕ ਅਟਲ ਸੱਚਾਈ, ਤੇ ਉਹ ਸੱਚਾਈ ਦੇ ਅੰਦਰ ਲੀਨ ਹੋ ਜਾਣਾ ਹੀ ਪ੍ਰਭੂ ਦੇ ਅੰਦਰ ਲੀਨ ਹੋ ਜਾਣਾ ਹੈ। 12 ਮੈਂ ਜੋਗੀ ਪਰਮਾਏ ਸੰਨਿਆਸੀ 6:4। ਇੱਥੇ 12 ਦਾ ਮਤਲਬ ਹੈ 12, ਪਰਮਾਏ ਦਾ ਮਤਲਬ ਭਟਕਦੇ ਨੇ,
6 4 ਦਾ ਮਤਲਬ 6 ਤੇ 4 10। ਜੋਗੀਆਂ ਦੇ 12 ਫਿਰਕੇ ਨੇ ਤੇ ਸੰਨਿਆਸੀਆਂ ਦੇ 6 ਫਿਰਕੇ ਨੇ। ਇਹਨਾਂ ਦੇ ਵਿੱਚ ਇਹ ਭਟਕ ਰਹੇ ਨੇ। ਜੋਗੀਆਂ ਦੇ 12 ਫਿਰਕੇ ਨੇ ਜਿਨ੍ਹਾਂ ਦੇ ਨਾਮ ਨੇ ਹੇਤੂ, ਭਾਵ, ਆਈ, ਗਮਯ, ਪਾਗਲ, ਕੰਥੜੀ, ਬਨ, ਧਵਜ, ਚੋਲੀ, ਰਾਵਲ ਅਤੇ ਦਾਸ। ਇਹ ਜੋਗੀਆਂ ਦੇ 12 ਫਿਰਕੇ ਨੇ ਤੇ 6 ਸੰਨਿਆਸੀਆਂ ਦੇ ਫਿਰਕੇ ਨੇ। ਉਹਨਾਂ ਦੇ ਨਾਮ ਨੇ ਤੀਰਥ, ਆਸ਼ਰਮ, ਬਨ, ਆਰण्य, ਗਿਰੀ, ਪਰਬਤ, ਸਾਗਰ, ਸਰਸਵਤ, ਭਾਰਤੀ ਔਰ ਪੁਰੀ। ਇਹਨਾਂ ਦੇ ਫਿਰਕੇ ਨੇ ਜੋਗੀਆਂ ਦੇ ਔਰ ਸੰਨਿਆਸੀਆਂ ਦੇ। ਹੁਣ ਹਰ ਫਿਰਕਾ ਕਹਿ ਰਿਹਾ ਹੈ ਕਿ ਸਾਡਾ ਫਿਰਕਾ ਠੀਕ ਹੈ, ਸਾਡਾ ਫਿਰਕਾ ਠੀਕ ਹੈ, ਤਾਂ ਭਟਕ ਰਹੇ ਨੇ ਸੱਚ ਤੋਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋਗੀ ਲੋਕ ਆਪਣੇ 12 ਫਿਰਕਿਆਂ ਦੀ ਵੰਡ ਵਿੱਚ ਅਸਲ ਨਿਸ਼ਾਨੇ ਤੋਂ ਭੁੱਲ ਰਹੇ ਨੇ ਤੇ ਸੰਨਿਆਸੀ ਲੋਕ ਜਿਹੜੇ ਨੇ ਆਪਣੇ 10 ਫਿਰਕਿਆਂ ਦੇ ਵੱਖੋ ਵੱਖਰੇ ਸਾਧਨਾਂ ਦੇ ਅੰਦਰ ਭਟਕਦੇ ਪਏ ਨੇ, ਸੱਚ ਤੋਂ ਭਟਕ ਗਏ ਨੇ। ਸੱਚ ਵਾਸਤੇ ਐਸੇ ਫਿਰਕੇ ਬਣਾਉਣ ਦੀ ਲੋੜ ਥੋੜੀ ਹੈ। ਦੇਖੋ ਹੁਣ ਇਹ ਚੀਜ਼ਾਂ ਸਾਡੇ ਤੇ ਵੀ ਲਾਗੂ ਹੁੰਦੀਆਂ ਨੇ। 12 ਫਿਰਕੇ ਜੋਗੀਆਂ ਦੇ, 10 ਫਿਰਕੇ ਸੰਨਿਆਸੀਆਂ ਦੇ। ਤੇ ਜੇ ਅਸੀਂ ਆਪਣੇ ਸਿੱਖ ਜਗਤ ਵੱਲ ਝਾਤ ਮਾਰੀਏ ਤੇ ਸਾਡੇ ਕਿੰਨੇ ਫਿਰਕੇ ਨੇ, ਕਿੰਨੇ ਸਾਰੇ ਸਾਡੇ ਬਾਬੇ ਨੇ। ਹਰ ਇੱਕ ਦੀ ਮਰਿਆਦਾ ਵੱਖਰੀ ਹੈ, ਹਰ ਇੱਕ ਦਾ ਢੰਗ ਵੱਖਰਾ ਹੈ, ਸਿਰਫ ਰੂਪ ਬਦਲਿਆ ਹੈ। ਪ੍ਰੋਬਲਮ ਉੱਥੇ ਦੀ ਉੱਥੇ ਹੀ ਹੈ। ਹਿੰਦੂਆਂ ਵੀਰਾਂ ਵਿੱਚ ਵੇਖ ਲਓ, ਹੋਰ ਥਾਵਾਂ ਦੇ ਉੱਤੇ ਵੇਖ ਲਓ, ਪ੍ਰੋਬਲਮ ਤਾਂ ਉਹੀ ਹੈ ਅੱਜ ਵੀ। ਤਾਂ ਸੱਚ ਵਾਸਤੇ ਇਹਨਾਂ ਫਿਰਕਿਆਂ ਦੀ ਜ਼ਰੂਰਤ ਥੋੜੀ ਹੈ। ਇਹਨਾਂ ਫਿਰਕਿਆਂ ਨੂੰ ਤੇ ਖਤਮ ਕਰਨਾ ਸੀ। ਫਿਰਕਾ ਪ੍ਰਸਤੀ ਹੀ ਤੇ ਮੁਕਾਣੀ ਹੈ। ਸਮਾਜ ਦੇ ਅੰਦਰ ਇੱਕ ਸੁਰਤਾ ਹੀ ਤੇ ਪੈਦਾ ਕਰਨੀ ਹੈ। ਇੱਕ ਓੰਕਾਰ ਦਾ ਮਤਲਬ ਹੀ ਇਹ ਹੈ ਕਿ ਇੱਕ ਹੀ ਫੈਲਿਆ ਹੋਇਆ ਹੈ, ਇੱਕ ਹੀ ਹੈ ਸਾਰਿਆਂ ਦੇ ਅੰਦਰ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਇਹ ਯੋਗੀ ਜਨੋ, ਤੁਸੀਂ ਆਪਣੇ 12 ਫਿਰਕਿਆਂ ਦੇ ਚੱਕਰ ਵਿੱਚ, ਵਖਰੇਵੇਂ ਦੇ ਵਿੱਚੋਂ ਇੱਕ ਦੂਜੇ ਦੇ ਨਾਲ ਤੁਹਾਡੀ ਸੁਰ ਨਹੀਂ ਰਲਦੀ, ਇੱਕ ਦੂਜੇ ਦੇ ਨਾਲ ਤੁਹਾਡੇ ਵਿਚਾਰ ਨਹੀਂ ਰਲਦੇ। ਸੰਨਿਆਸੀ ਨੇ ਉਹ 10 ਫਿਰਕਿਆਂ ਦੇ ਆਪਣੇ ਆਪਣੇ ਸਾਧਨਾਂ ਵਿੱਚ ਲੱਗੇ ਨੇ, ਇੱਕ ਦੂਜੇ ਦੇ ਨਾਲ ਵਿਚਾਰ ਨਹੀਂ ਰਲ ਰਹੇ। ਤਾਂ ਇਹ ਭਟਕਣਾ ਹੈ ਨਾ, ਕਨਫਿਊਜ਼ਨ ਹੈ। ਹੁਣ ਜੇ ਕੋਈ ਜੋਗੀਆਂ ਵਿੱਚ ਮਿਲ ਕੇ ਰੱਬ ਨੂੰ ਪਾਣਾ ਚਾਹੇ ਤੇ ਕਿਹੜੇ ਫਿਰਕੇ ਨੂੰ ਅਪਣਾਏਗਾ? ਸਾਰੇ ਕਹਿਣਗੇ ਨਾ ਸਾਡਾ ਚੰਗਾ ਹੈ, ਸਾਡਾ ਚੰਗਾ ਹੈ। ਸੰਨਿਆਸੀ ਵੀ ਕਹਿਣਗੇ। ਤੇ ਜੇ ਸਾਡੇ ਕਿਸੇ ਨੇ ਬੰਨਾ ਹੋਵੇ, ਰੱਬ ਨੂੰ ਮਿਲਣਾ, ਤੇ ਫਿਰ ਕਿਹੜੇ ਬਾਬੇ ਕੋਲ ਜਾਏ? ਸਾਰਿਆਂ ਨੇ ਹੀ ਕਹਿਣਾ ਨਾ ਵੀ ਸਾਡਾ ਬਾਬਾ ਚੰਗਾ ਹੈ। ਆਮ ਜਦੋਂ ਗੱਲ ਹੁੰਦੀ ਹੈ ਤੇ ਅਸੀਂ ਵੀ ਕਹਿੰਦੇ ਨਹੀਂ, ਹੈ ਤੇ ਬਾਬਿਆਂ ਦੇ ਵਿੱਚ ਬਹੁਤ ਕਮੀਆਂ ਪੇਸ਼ੀਆਂ ਨੇ, ਪਰ ਸਾਡੇ ਵਾਲੇ ਮਹਾਂਪੁਰਸ਼ ਤੇ ਬਹੁਤ ਚੰਗੇ ਨੇ। ਸਾਰੇ ਹੀ ਕਹਿੰਦੇ ਨੇ। ਕਨਫਿਊਜ਼ਨ ਤੇ ਹੈ ਨਾ। ਤੇ ਇਸ ਕਨਫਿਊਜ਼ਨ ਨੂੰ ਗੁਰੂ ਜੀ ਨੇ ਖਤਮ ਕੀਤਾ। ਉਹ ਕਨਫਿਊਜ਼ਨ ਅਸੀਂ ਵੀ ਅੱਜ ਹੰਢਾ ਰਹੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋਗੀ ਲੋਕ ਆਪਣੇ 12 ਫਿਰਕਿਆਂ ਦੀ ਵੰਡ ਵਿੱਚ ਇਸ ਅਸਲ ਨਿਸ਼ਾਨੇ ਤੋਂ ਭੁੱਲ ਰਹੇ ਨੇ ਤੇ ਸੰਨਿਆਸੀ ਲੋਕ ਆਪਣੇ 10 ਫਿਰਕਿਆਂ ਦੇ ਵੱਖੋ ਵੱਖਰੇ ਸਾਧਨਾਂ ਦੇ ਅੰਦਰ ਅਸਲ ਸੱਚ ਤੋਂ ਭਟਕੇ ਹੋਏ ਨੇ। ਜ਼ਰੂਰਤ ਸੀ ਸੰਸਾਰ ਵਿੱਚ ਰਹਿੰਦਿਆਂ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦਿਆਂ ਹੋਇਆਂ ਜ਼ਿੰਦਗੀ ਜੀਣੀ ਨਿਰਲੇਪ ਹੋ ਕੇ, ਵਿਕਾਰਾਂ ਤੋਂ ਬਚ ਕੇ ਸੱਚੀ ਜ਼ਿੰਦਗੀ ਜੀਣੀ ਸੀ, ਪਰ ਅਸਲ ਨਿਸ਼ਾਨੇ ਤੋਂ ਭਟਕ ਗਏ ਨੇ। ਤਾਂ ਸਾਨੂੰ ਅੱਜ ਵੀ ਇਹ ਗੱਲ ਕਹਿਣੀ ਪਵੇਗੀ ਔਰ ਮੰਨਣੀ ਪਵੇਗੀ ਕਿ ਗ੍ਰਸਤ ਦੇ ਅੰਦਰ ਰਹਿੰਦਿਆਂ ਹੋਇਆਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ ਹੀ ਅਸਲ ਧਰਮ ਹੈ। ਬਾਕੀ ਸਾਰਾ ਕੁਝ ਭਟਕਾਵ ਹੈ। ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ। ਇਹ ਵਿਸ਼ਰਾਮ ਦੁਬਾਰਾ ਸੁਣ ਲਓ। ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ। ਇਹਨੂੰ ਜੀਵੇ ਨਹੀਂ ਪੜਨਾ, ਜੀਵੈ। ਜਿਹੜਾ ਸ਼ਬਦ ਗੁਰੂ, ਜਿਹੜਾ ਮਨੁੱਖ, ਜੋ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਮਾਇਆ ਵੱਲੋਂ ਮਰ ਕੇ ਜਿਉਂਦਾ ਹੈ, ਉਹ ਮੋਕਸ਼ ਦੁਆਰਾ ਹਾਸਲ ਕਰ ਲੈਂਦਾ ਹੈ। ਮਾਇਆ ਤੋਂ, ਵਿਕਾਰਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ। ਦੇਖੋ, ਸਿੰਪਲ ਸੌਖਾ ਜੀਵਨ। ਗੁਰੂ ਦੇ ਸ਼ਬਦ ਦਾ ਮਤਲਬ ਉਪਦੇਸ਼, ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਫਿਲਾਸਫੀ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ। ਗੁਰੂ ਦੇ ਗਿਆਨ ਰਾਹੀਂ ਮਰ ਜੀਵੇ ਦਾ ਮਤਲਬ ਜੋ ਹਉਮੈ ਵੱਲੋਂ ਮਰਦਾ ਹੈ, ਜੋ ਆਪਣੇ ਵਿਕਾਰਾਂ ਨੂੰ ਮਾਰ ਲੈਂਦਾ ਹੈ।
ਵਿਕਾਰਾਂ ਵੱਲ ਦੌੜ ਭੱਜ ਨਹੀਂ ਕਰਦਾ, ਨਿਰਲੇਪ ਰਹਿੰਦਾ ਹੈ। ਸੋ ਪਾਏ ਮੋਖ ਦੁਆਰ, ਉਹ ਮੋਕਸ਼ ਪਦ ਵੀ ਪਾ ਲੈਂਦਾ ਹੈ। ਦੇਖੋ ਮੁਕਤੀ ਕਿੰਨੀ ਸੌਖੀ ਹੈ ਨਾ, ਲੇਕਿਨ ਕਿੰਨਾ ਉਲਝਾਇਆ ਗਿਆ ਹੈ ਧਰਮ ਦੇ ਨਾਮ ਤੇ, ਕਿੰਨੀਆਂ ਉਲਝਣਾਂ ਬੰਦੇ ਦੇ ਦਿਮਾਗ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ, ਜਿਸ ਕਰਕੇ ਬਿਲਕੁਲ ਸੌਖਾ ਜਿਹੜਾ ਜੀਵਨ ਸੀ ਉਹਨੂੰ ਕਿੰਨਾ ਕੰਪਲਿਕੇਟ ਕਰ ਦਿੱਤਾ ਗਿਆ ਹੈ, ਕਿੰਨਾ ਔਖਾ ਬਣਾ ਦਿੱਤਾ ਗਿਆ ਹੈ, ਕਿੰਨੀਆਂ ਸਾਰੀਆਂ ਉਲਝਣਾਂ ਪਾ ਦਿੱਤੀਆਂ ਗਈਆਂ ਨੇ, ਜਿਸ ਕਰਕੇ ਬੰਦਾ ਬੰਦੇ ਦਾ ਹੀ ਵੈਰੀ ਹੋ ਗਿਆ। ਧਰਮ ਨੇ ਸਗੋਂ ਨਜ਼ਦੀਕ ਲਿਆਉਣਾ ਸੀ, ਧਰਮ ਨੇ ਇਨਸਾਨੀਅਤ ਪੈਦਾ ਕਰਨੀ ਸੀ, ਲੇਕਿਨ ਧਰਮ ਦੇ ਨਾਮ ਤੇ ਝਗੜੇ ਨੇ, ਵਾਦ ਵਿਵਾਦਾਂ ਨੇ, ਕਤਲਾਮ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਸਲ ਦੇ ਅੰਦਰ ਯੋਗੀ ਜਨੋ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ ਹੈ। ਕਿਆ ਭਵੀਐ ਸੱਚ ਸੂਚਾ ਹੋਏ, ਤਾਂ ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਜੋ ਮਰ ਜੀਵੈ, ਗੁਰੂ ਦੇ ਉਪਦੇਸ਼ ਰਾਹੀਂ ਜੋ ਆਪਣੀ ਹਉਮੈ ਨੂੰ ਮਾਰ ਲੈਂਦਾ ਹੈ, ਮਾਇਆ ਵੱਲੋਂ ਆਪਣੀ ਬਿਰਤੀ ਨੂੰ ਹਟਾ ਲੈਂਦਾ, ਜਿਹੜੀ ਮਾਇਆ ਦੀ ਵਿਆਖਿਆ ਆਪਾਂ ਰੋਜ਼ ਕਰਦੇ ਹਾਂ, ਅਸਲ ਦੇ ਅੰਦਰ ਉਹ ਜਿਉਂਦਾ ਹੈ। ਤੇ ਜਿਹੜਾ ਬੰਦਾ ਵਿਕਾਰਾਂ ਵੱਲੋਂ ਮਰ ਕੇ ਜਿਉਂਦਾ ਹੈ, ਸੋ ਪਾਏ ਮੋਖ ਦੁਆਰ, ਉਹ ਮੋਕਸ਼ ਪਦ ਵੀ ਹਾਸਲ ਕਰ ਲੈਂਦਾ ਹੈ, ਮੋਕਸ਼ ਦਾ ਦੁਆਰਾ ਹਾਸਲ ਕਰ ਲੈਂਦਾ ਹੈ, ਮੁਕਤੀ ਦਾ ਰਾਹ ਲੱਭ ਲੈਂਦਾ ਹੈ, ਵਿਕਾਰਾਂ ਤੋਂ ਉਹਦੀ ਖਲਾਸੀ ਹੋ ਜਾਂਦੀ ਹੈ। ਕਿੰਨੀ ਸੌਖੀ ਹੈ ਮੁਕਤੀ, ਪਰ ਸਾਨੂੰ ਸਮਝਾ ਦਿੱਤਾ ਗਿਆ ਕਿ ਮੁਕਤੀ ਮਰਨ ਤੋਂ ਬਾਅਦ ਮਿਲੇਗੀ, ਮਰਨ ਤੋਂ ਬਾਅਦ ਨਾ ਚੰਗੇ ਕੰਮ ਕਰੋਗੇ ਨਰਕ ਮਿਲੇਗਾ, ਸਵਰਗ ਮਿਲੇਗਾ, ਕਈ ਕੁਛ ਝੰਬੇਲੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸੌਖਾ ਸਿੱਧਾ ਰਾਸਤਾ ਆਮ ਮਨੁੱਖ ਮਾਤਰ ਨੂੰ ਦੱਸ ਰਹੇ ਨੇ ਕਿ ਗੁਰੂ ਗਿਆਨ ਦੀ ਅਗਵਾਈ ਅੰਦਰ ਜ਼ਿੰਦਗੀ ਜੀਣੀ ਹੈ, ਵਿਕਾਰਾਂ ਤੋਂ ਬਚਣਾ ਹੈ, ਇਹੀ ਮੁਕਤੀ ਦਾ ਇੱਕੋ ਇੱਕ ਰਾਸਤਾ ਹੈ। ਬਿਨ ਸ਼ਬਦੈ ਸਭ ਦੂਜੈ ਲਾਗੇ, ਦੇਖੋ ਹਿਰਦੇ ਵਿਚਾਰ। ਬਿਨ ਸ਼ਬਦੇ ਦਾ ਮਤਲਬ ਗਿਆਨ ਤੋਂ ਬਿਨਾ, ਗੁਰੂ ਗਿਆਨ ਤੋਂ ਬਿਨਾ। ਸਭ ਦੂਜੇ ਲਾਗੇ ਦਾ ਮਤਲਬ ਇੱਕ ਰੱਬ ਨੂੰ ਛੱਡ ਕੇ, ਇੱਕ ਸੱਚ ਨੂੰ ਛੱਡ ਕੇ ਸਾਰੇ ਬੰਦੇ ਦੂਜੇ ਵਿੱਚ ਲੱਗੇ ਨੇ, ਦ્વੈਤ ਵਿੱਚ ਲੱਗੇ ਨੇ। ਹੁਣ ਦੂਜੇ ਨੂੰ ਸਮਝ ਲੈਣਾ, ਦੇਖੋ ਇਸ ਦੁਨੀਆ ਦੇ ਵਿੱਚ ਸਾਰੇ ਲੋਕ ਕਦੇ ਮਾੜੇ ਨਹੀਂ ਹੋਏ ਤੇ ਸਾਰੇ ਕਦੇ ਚੰਗੇ ਨਹੀਂ ਹੋਏ, ਪਰ ਜਿਹੜੇ ਅੰਦਰੋਂ ਬਾਹਰੋਂ ਇੱਕ ਨੇ, ਜੋ ਕਹਿ ਰਹੇ ਨੇ ਉਹਨਾਂ ਦੀ ਜ਼ਿੰਦਗੀ ਵੀ ਵੈਸੀ ਹੀ ਹੈ। ਮਨ ਬਚਨ ਕਰਮ ਕਰਕੇ ਜੋ ਸੱਚ ਦੇ ਨਾਲ ਜੁੜੇ ਨੇ, ਉਹ ਕਿੰਨੇ ਕੁ ਲੋਕ ਨੇ ਜਿਹੜੇ ਅੰਦਰੋਂ ਬਾਹਰੋਂ ਇੱਕ ਨੇ, ਕਥਨੀ ਔਰ ਕਰਨੀ ਦੇ ਪੂਰੇ ਨੇ, ਜੋ ਕਹਿੰਦੇ ਨੇ ਉਹ ਕਰਦੇ ਵੀ ਨੇ, ਜੋ ਕਰਦੇ ਨੇ ਉਹ ਹੀ ਕਹਿੰਦੇ ਨੇ, ਗੁਰਮਤ ਦੀ ਗੱਲ ਕਰ ਰਹੇ ਨੇ ਤੇ ਗੁਰਮਤ ਦੇ ਧਾਰਨੀ ਵੀ ਨੇ, ਉਹਨਾਂ ਦੇ ਜੀਵਨ ਚ ਦਿਸ ਰਿਹਾ ਹੈ, ਉਹਨਾਂ ਦਾ ਵਿਹਾਰ ਦਿਸ ਰਿਹਾ ਹੈ, ਉਸੇ ਤਰ੍ਹਾਂ ਹੀ ਨੇ। ਜੇ ਕਹਿੰਦੇ ਨੇ ਸੱਚ ਬੋਲੋ ਤੇ ਬੋਲਦੇ ਵੀ ਸੱਚ ਨੇ, ਝੂਠ ਨਹੀਂ ਬੋਲਦੇ, ਵਿਕਾਰ ਨਹੀਂ ਕਮਾਉਂਦੇ, ਈਗੋ ਨਹੀਂ ਕਰਦੇ, ਈਰਖਾ ਦਵੇਸ਼ ਨਹੀਂ ਕਰਦੇ। ਜੇ ਕਹਿੰਦੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਤਾਂ ਉਹ ਜਾਤੀਵਾਦ ਨੂੰ ਨਹੀਂ ਮੰਨਦੇ। ਕਿੰਨੇ ਕਿੰਨੇ ਐਸੇ ਲੋਕ। ਤਾਂ ਗੁਰੂ ਜੀ ਕਹਿੰਦੇ ਨੇ ਬਿਨ ਸ਼ਬਦ ਹੈ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀ ਰਹੇ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਨਹੀਂ ਅਪਣਾਇਆ, ਅਗਿਆਨਤਾ ਵਾ ਸਭ ਦੂਜੇ ਲਾਗੇ, ਸਾਰੇ ਦੂਜੇ ਵਿੱਚ ਹੀ ਲੱਗੇ ਨੇ, ਸੱਚ ਦਾ ਤਿਆਗ ਕਰ ਦਿੱਤਾ ਹੈ। ਕੋਈ ਰੱਬ ਨੂੰ ਉੱਤੇ ਮੰਨੀ ਬੈਠਾ ਹੈ ਤੇ ਕੋਈ ਮੁਕਤੀ ਨੂੰ ਉੱਤੇ ਮੰਨੀ ਬੈਠਾ ਹੈ, ਕੋਈ ਵਰਤ ਨਰਾਤਿਆਂ ਦੇ ਵਿੱਚ ਜੂਝ ਰਿਹਾ ਹੈ ਤੇ ਕੋਈ ਤੀਰਥ ਯਾਤਰਾਵਾਂ ਦੇ ਅੰਦਰ ਉਲਝਿਆ ਹੋਇਆ ਹੈ ਤੇ ਕੋਈ ਸਮਾਧੀਆਂ ਲਾਈ ਬੈਠਾ ਹੈ, ਮੇਰ ਤੇਰ ਦੇ ਵਿਤਕਰਿਆਂ ਦੇ ਅੰਦਰ ਪੈ ਨੇ। ਜਿਵੇਂ ਆ 12 ਔਰ 10 ਫਿਰਕਿਆਂ ਦੀ ਗੱਲ ਕੀਤੀ ਹੈ, ਕਿਵੇਂ ਮੇਰ ਤੇਰ ਦੇ ਵਿਤਕਰੇ ਨੇ। ਅੱਜ ਵੀ ਇਸ ਦੁਨੀਆ ਦੇ ਵਿੱਚ ਵੇਖ ਲਓ, ਚਾਰ ਚੁਫੇਰੇ ਨਜ਼ਰੀ ਪੈਂਦਾ ਹੈ। ਗੁਰੂ ਜੀ ਕਹਿੰਦੇ ਨੇ ਗੁਰੂ ਗਿਆਨ ਤੋਂ ਬਿਨਾ, ਜੋ ਵੀ ਗੁਰੂ ਗਿਆਨ ਤੋਂ ਬਿਨਾ ਨੇ, ਉਹ ਸਾਰੇ ਸੱਚ ਨੂੰ ਛੱਡ ਕੇ ਦ્વੈਤ ਵਿੱਚ ਹੀ ਲੱਗੇ ਹੋਏ ਨੇ। ਗੁਰੂ ਜੀ ਕਹਿੰਦੇ ਨੇ ਦੇਖੋ ਹਿਰਦੇ ਵਿਚਾਰ, ਵੀ ਤੁਸੀਂ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੇ ਵੇਖ ਲਓ। ਆਪਣੇ ਹਿਰਦੇ ਦਾ ਮਤਲਬ ਆਪਣਾ ਜੋ ਜਾਤੀ ਤਜਰਬਾ ਹੈ, ਜਾਤੀ ਤਜਰਬੇ ਨਾਲ ਤੁਸੀਂ ਵੇਖੋ ਤਾਂ ਤੁਹਾਡਾ ਅੰਦਰਲਾ ਇਹ ਗਵਾਹੀ ਦੇਵੇਗਾ ਕਿ ਗੱਲ ਤਾਂ ਠੀਕ ਹੈ। ਅੰਦਰੋਂ ਗਵਾਹੀ ਆਏਗੀ ਕਿ ਗੱਲ ਤਾਂ ਬਿਲਕੁਲ ਠੀਕ ਹੈ, ਕਿ ਸੱਚ ਨੂੰ ਛੱਡ ਕੇ ਅਸੀਂ ਕਹਿ ਤੇ ਸਾਰੇ ਰਹੇ ਹਾਂ, ਬੋਲੀਏ ਆਪਣਾ ਸਾਹਮਣੇ ਜੋਤ ਜੋਤ ਹੈ ਸੋਏ, ਪਰ ਕਿੰਨੇ ਕੁ ਲੋਕ ਨੇ ਜੋ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦੇ ਨੇ। ਕਿੰਨੇ ਕੁ ਲੋਕ ਨੇ ਜੋ ਆਪਣੇ ਬੱਚਿਆਂ ਦੀ ਤਰ੍ਹਾਂ ਦੂਜੇ ਦੇ ਬੱਚਿਆਂ ਨੂੰ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦੇ ਨੇ। ਕਿੰਨੇ ਕੁ ਲੋਕ ਨੇ ਜੋ ਦੂਜੇ ਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਸਮਝਦੇ ਨੇ। ਕਿੰਨੇ ਕੁ ਲੋਕ ਨੇ ਜੋ ਆਪਣੀਆਂ ਭਾਵਨਾਵਾਂ ਦੀ ਤਰ੍ਹਾਂ ਦੂਜਿਆਂ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਦੇ ਨੇ। ਜਾਤੀ ਤਜਰਬੇ ਤੋਂ ਵੇਖ ਲਓ, ਚਾਰ ਚੁਫੇਰੇ ਵੇਖ ਲਓ, ਸਾਡੇ ਨਾਲ ਰੋਜ਼ ਇਹੋ ਜਿਹੇ ਵਰਤਾਵ ਹੁੰਦੇ ਨੇ।
ਮੇਲ ਤੇਲ ਦੇ ਵਿਤਕਰੇ ਹੁੰਦੇ ਨੇ। ਅਸੀਂ ਖੁਦ ਇਹੋ ਜਿਹੇ ਵਿਤਕਰੇ ਕਰਦੇ ਹੋਏ ਆਪਣੇ ਆਪ ਨੂੰ ਵੀ ਪਾਵਾਂਗੇ ਜਦੋਂ ਅਸੀਂ ਜਾਤੀ ਤਜਰਬੇ ਦੀ ਗੱਲ ਕਰਾਂਗੇ। ਇਸੇ ਨੂੰ ਕਹਿੰਦੇ ਨੇ ਦੇਖੋ ਹਿਰਦੇ ਵਿਚਾਰ, ਕਿ ਤੁਸੀਂ ਆਪ ਵੀ ਵਿਚਾਰ ਕਰਕੇ ਵੇਖੋ, ਆਪਣਾ ਦਿਮਾਗ ਵਰਤੋ, ਆਪਣਾ ਜਾਤੀ ਤਜਰਬਾ ਵਰਤੋ ਕਿ ਚਾਰ ਚੁਫੇਰੇ ਕੈਸੀ ਜ਼ਿੰਦਗੀ ਹੈ। ਫਿਰ ਆਪਣੇ ਵੱਲ ਵੀ ਝਾਤ ਮਾਰੋ ਕਿ ਤੁਹਾਡੀ ਆਪਣੀ ਬੋਲਬਾਣੀ ਕੈਸੀ ਹੈ, ਤੁਹਾਡੀ ਆਪਣੀ ਸ਼ਬਦਾਵਲੀ ਕੈਸੀ ਹੈ, ਤੁਹਾਡਾ ਆਪਣਾ ਮਿਲਵਰਤਨ ਕੈਸਾ ਹੈ, ਕਿ ਤੁਸੀਂ ਅੰਦਰੋਂ ਬਾਹਰੋਂ ਇੱਕ ਹੋ। ਜਦੋਂ ਜਾਤੀ ਤਜਰਬੇ ਨਾਲ ਦੇਖੋਗੇ ਤਾਂ ਗੁਰੂ ਦੀ ਇਹ ਗੱਲ ਸਮਝ ਆ ਜਾਏਗੀ ਕਿ ਗੁਰੂ ਗਿਆਨ ਤੋਂ ਬਿਨਾਂ ਆਮ ਜੋ ਜਨਤਾ ਹੈ ਉਹ ਦ્વੈਤ ਭਾਵ ਦੇ ਅੰਦਰ, ਵਿਤਕਰਿਆਂ ਦੇ ਅੰਦਰ ਹੀ ਜ਼ਿੰਦਗੀ ਜੀ ਰਹੀ ਹੈ, ਸੱਚ ਤੋਂ ਪਰੇ ਹੈ। ਨਾਨਕ ਵੱਡੇ ਸੇ ਵਡਭਾਗੀ, ਜਿਨੀ ਸੱਚ ਰੱਖਿਆ ਉਰਤਾਰ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਹੇ ਸਿੱਧ ਪੁਰਸ਼ੋ, ਉਹ ਵੱਡੇ ਨੇ, ਵੱਡੇ ਭਾਗਾਂ ਵਾਲੇ ਨੇ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ ਜਿਨ੍ਹਾਂ ਨੇ ਸੱਚ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹੈ। ਉਰ ਦਾ ਮਤਲਬ ਹਿਰਦਾ, ਦਿਲ, ਯਾਨੀ ਸਾਡੀ ਸੋਚ। ਇੱਥੇ ਦਿਲ ਦਾ ਮਤਲਬ ਜੋ ਖੂਨ ਪੰਪ ਕਰਨ ਵਾਲੀ ਸਾਡੀ ਮਾਸਪੇਸ਼ੀ ਹੈ ਉਹ ਨਹੀਂ। ਜਿੱਥੇ ਦਿਲ ਆਵੇ ਜਾਂ ਉਰ ਆਵੇ ਉਹਦਾ ਮਤਲਬ ਸਾਡੀ ਮੈਂਟੈਲਿਟੀ, ਸਾਡਾ ਸੋਚ ਸਾਡੀ। ਨਾਨਕ ਸੇ ਵੱਡੇ ਵਡਭਾਗੀ, ਉਹ ਵੱਡੇ ਨੇ, ਉਹ ਮਹਾਨ ਨੇ, ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾਇਆ ਹੋਇਆ ਹੈ, ਜਿਨ੍ਹਾਂ ਦੀ ਸੋਚ ਸੱਚੀ ਹੈ, ਜਿਨ੍ਹਾਂ ਦੀ ਮੈਂਟੈਲਿਟੀ ਸੱਚੀ ਹੈ। ਸਾਡਾ ਸੱਚ ਔਰ ਝੂਠ ਇੱਕ ਬਰਾਬਰ ਹੀ ਹੈ, ਪਾਪ ਪੁੰਨ ਦੋ ਇੱਕ ਸਮਾਨ। ਬਹੁਤੀ ਵਾਰੀ ਪੁੰਨ ਔਰ ਪਾਪ ਇੱਕ ਬਰਾਬਰ ਹੀ ਹੋ ਜਾਂਦੇ ਨੇ, ਉਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਰੀਜਨ ਕੀ ਹੈ? ਰੀਜਨ ਇਹ ਹੈ ਕਿ ਅਸੀਂ ਪੁੰਨ ਕਰ ਰਹੇ ਹਾਂ ਇਸ ਸੋਚ ਦੇ ਨਾਲ ਕਿ ਸਾਨੂੰ ਲਾਭ ਹੋਵੇ, ਤੇ ਅਸੀਂ ਪਾਪ ਕਰ ਰਹੇ ਹਾਂ ਇਸ ਸੋਚ ਦੇ ਨਾਲ ਕਿ ਸਾਨੂੰ ਲਾਭ ਹੋਵੇ, ਤਾਂ ਬਰਾਬਰ ਹੀ ਹੋ ਗਏ ਨਾ। ਸਵਾਰਥ ਵਾਸਤੇ ਪੁੰਨ ਕਰ ਰਹੇ ਹਾਂ, ਸਵਾਰਥ ਵਾਸਤੇ ਪਾਪ ਕਰ ਰਹੇ ਹਾਂ, ਤਾਂ ਬਰਾਬਰ ਹੀ ਹੋ ਗਏ। ਸੋਚ ਸਵਾਰਥ ਵਾਲੀ ਹੈ ਨਾ, ਸੋਚ ਸਵਾਰਥ ਵਾਲੀ ਹੈ ਤਾਂ ਸਾਰਾ ਕੁਝ ਬਰਾਬਰ ਹੀ ਹੋ ਜਾਏਗਾ। ਇਸ ਲਈ ਸੋਚ ਸੱਚੀ ਚਾਹੀਦੀ ਹੈ। ਉਹਦੇ ਨਾਲ ਹਾਨੀ ਹੁੰਦੀ ਹੈ ਜਾਂ ਲਾਭ ਹੁੰਦਾ ਹੈ, ਇਹ ਇੱਕ ਵੱਖਰਾ ਟੌਪਿਕ ਹੈ। ਸੋਚ ਸੱਚੀ ਹੋਣੀ ਚਾਹੀਦੀ ਹੈ। ਜੇ ਸੋਚ ਮਾੜੀ ਹੈ ਤਾਂ ਉਹ ਬੰਦਾ ਮਾੜਾ ਹੈ, ਕਿਉਂਕਿ ਮਾੜੀ ਸੋਚ ਦੇ ਵਿੱਚੋਂ ਵਿਚਾਰ ਮਾੜੇ, ਬੋਲ ਮਾੜੇ, ਵਿਹਾਰ ਮਾੜਾ। ਜਿਹਦੀ ਸੋਚ ਨਿਰਮਲ ਹੋਏਗੀ ਉਹ ਬੰਦਾ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਨਹੀਂ ਕਰੇਗਾ। ਜਿਹਦੀ ਸੋਚ ਸੱਚੀ ਹੋਏਗੀ ਉਹ ਬੰਦਾ ਈਰਖਾ ਦਵੇਸ਼ ਨਹੀਂ ਕਰੇਗਾ, ਕਿਸੇ ਨਾਲ ਉਹਦੀ ਜੈਲਸੀ ਨਹੀਂ ਹੋਏਗੀ। ਸੱਚੀ ਸੋਚ ਵਾਲਾ ਬੰਦਾ ਹੰਕਾਰੀ ਨਹੀਂ ਹੋਏਗਾ, ਵਿਕਾਰੀ ਨਹੀਂ ਹੋਏਗਾ, ਪਾਪੀ ਨਹੀਂ ਹੋਏਗਾ, ਅਪਰਾਧੀ ਨਹੀਂ ਹੋਏਗਾ। ਤੇ ਇਹਨਾਂ ਚੀਜ਼ਾਂ ਨੂੰ ਹੀ ਸਮਾਜ ਚੋਂ ਦੂਰ ਕਰਨ ਦੀ ਲੋੜ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਸਿੱਧ ਜਨੋ, ਉਹ ਵੱਡੇ ਭਾਗਾਂ ਵਾਲੇ ਨੇ, ਉਹ ਮਹਾਨ ਪੁਰਸ਼ ਨੇ ਜਿਨ੍ਹਾਂ ਨੇ ਸੱਚ ਨੂੰ ਹਿਰਦੇ ਵਿੱਚ ਟਿਕਾਇਆ ਹੈ। ਤੇ ਸੱਚ ਨੂੰ ਹਿਰਦੇ 'ਚ ਟਿਕਾਉਣ ਲਈ ਬਾਬੇ ਬਣਨ ਦੀ ਲੋੜ ਥੋੜਾ ਹੈ। ਸੱਚ ਨੂੰ ਹਿਰਦੇ 'ਚ ਵਸਾਉਣ ਲਈ ਜੋਗੀ ਬਣਨ ਦੀ ਲੋੜ ਥੋੜਾ ਹੈ, ਜੰਗਲਾਂ ਵਿੱਚ ਜਾਣ ਦੀ ਲੋੜ ਥੋੜਾ ਹੈ, ਤਿਆਗ ਕਰਨ ਦੀ ਲੋੜ ਥੋੜਾ ਹੈ। ਸੱਚ ਨੂੰ ਤੇ ਜਿਹੜਾ ਮਰਜੀ, ਜਦੋਂ ਮਰਜੀ ਤੁਸੀਂ ਸੱਚ ਬੋਲਣਾ ਸ਼ੁਰੂ ਕਰੋ, ਹਰ ਥਾਂ ਦੇ ਉੱਤੇ ਬੋਲੋ, ਹਰ ਥਾਂ ਤੇ ਉਹਨੂੰ ਅਪਣਾਇਆ ਜਾ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸੱਚ ਨੂੰ ਹਿਰਦੇ ਵਿੱਚ ਟਿਕਾਇਆ ਹੋਇਆ, ਕਿਉਂਕਿ ਸਚਿਆਰ ਉਹ ਹੀ ਹੋ ਸਕਦੇ ਨੇ। ਤੇ ਉਹਦੇ ਵਾਸਤੇ ਇੱਕ ਨਿਯਮ ਹੈ, ਹੁਕਮ ਰਜ਼ਾਈ ਚੱਲਣਾ। ਗੁਰਮੁਖ ਰਤਨ ਲਹਿ ਲਿਵ ਲਾਏ। ਹੁਣ ਰਤਨ ਕਿਹੜਾ ਹੈ? ਸੱਚ ਇੱਕ ਰਤਨ ਹੈ, ਤੇ ਲਿਵ ਦਾ ਮਤਲਬ ਹੈ ਲਗਨ। ਲਿਵ ਦਾ ਮਤਲਬ ਇੱਥੇ ਸਮਾਧੀ ਨਹੀਂ ਹੈ ਕਿ ਸਮਾਧੀ ਲਾ ਕੇ ਸੱਚ ਲੱਭਦਾ ਹੈ। ਲਿਵ ਦਾ ਮਤਲਬ ਹੈ ਲਗਨ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਚਰਨੀ ਪੈਂਦਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹ ਮਨੁੱਖ ਇਸ ਸੱਚ ਰੂਪ ਰਤਨ ਨੂੰ ਲੱਭ ਲੈਂਦਾ ਲਗਨ ਦੇ ਨਾਲ। ਹੁਣ ਜ਼ਰੂਰਤ ਤਾਂ ਲਗਨ ਲਾਣ ਦੀ ਹੈ ਨਾ। ਸਾਚੀ ਲਿਵੈ ਬਿਨ ਦੇਹ ਨਿਮਾਣੀ। ਅਸਾਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰਿਆ ਸੀ ਨਾ ਕਿ ਜੇ ਸੱਚੀ ਲਿਵ ਨਹੀਂ, ਸੱਚੀ ਲਗਨ ਨਹੀਂ, ਤਾਂ ਇਹ ਦੇਹ, ਇਹ ਵਿਕਾਰ, ਸਰੀਰ ਵੀ ਵਿਅਰਥ ਹੈ ਨਾ, ਇਹਦਾ ਕੋਈ ਲਾਭ ਨਹੀਂ ਹੈ। ਜੇ ਲਗਨ ਨਹੀਂ ਸੱਚੀ ਤਾਂ ਫਿਰ ਅਸੀਂ ਕਿਤੇ ਵੀ ਕਾਮਯਾਬ ਨਹੀਂ ਹੋ ਸਕਦੇ। ਚਾਹੇ ਉਹ ਰਾਜਨੀਤੀ ਦੀ ਦੁਨੀਆ ਹੈ, ਧਰਮ ਦੀ ਦੁਨੀਆ ਹੈ, ਸਮਾਜ ਹੈ, ਜਾਂ ਅਰਥ ਵਿਵਸਥਾ ਦੇ ਵਿੱਚ, ਕਿਤੇ ਵੀ ਕਾਮਯਾਬ ਨਹੀਂ। ਸੱਚੀ ਲਗਨ ਤਾਂ ਚਾਹੀਦੀ ਹੈ। ਜੇ ਕਿਸੇ ਬੱਚੇ ਨੇ ਡਾਕਟਰ, ਇੰਜੀਨੀਅਰ ਵਗੈਰਾ ਬਣਨਾ ਹੈ ਤਾਂ ਉਹਦੇ ਅੰਦਰ ਸੱਚੀ ਲਗਨ ਚਾਹੀਦੀ ਹੈ ਪੜ੍ਹਾਈ ਵਾਸਤੇ।
ਸੱਚੀ ਲਗਨ ਹੋਏਗੀ ਤਾਂ ਹੀ ਹੈ ਨਾ। ਤੇ ਜਿਹਦੇ ਅੰਦਰ ਸੱਚੀ ਲਗਨ ਹੁੰਦੀ ਹੈ ਉਹ ਕਾਮਯਾਬ ਹੋ ਜਾਂਦਾ ਹੈ। ਉਹਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ, ਕਿਉਂਕਿ ਲਗਨ ਹੈ, ਉਦਮ ਕਰੇਗਾ ਔਰ ਲਗਨ ਦੇ ਨਾਲ ਉਹ ਬੰਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਸੱਚੀ ਲਗਨ ਦੇ ਨਾਲ ਜਦ ਤੁਰਦਾ ਹੈ ਤਾਂ ਉਹ ਇਸ ਸੱਚ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਸੁਖ ਹਾਸਲ ਕਰ ਲੈਂਦਾ ਹੈ, ਉਹ ਆਨੰਦ ਹਾਸਲ ਕਰ ਲੈਂਦਾ ਹੈ ਔਰ ਉਹ ਸੱਚ ਦੇ ਅੰਦਰ ਸਦਾ ਵਾਸਤੇ ਸਮਾ ਜਾਂਦਾ ਹੈ। ਇਸ ਲਈ ਸਾਡੇ ਅੰਦਰ ਸੱਚੀ ਲਗਨ ਦੀ ਜ਼ਰੂਰਤ ਹੈ ਔਰ ਉਹ ਸੱਚੀ ਲਗਨ ਹਰ ਥਾਂ ਤੇ ਚਾਹੀਦੀ ਹੈ। ਉਹ ਸੱਚੀ ਲਗਨ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਕਰੇਗੀ। ਹੁਣ ਤੁਸੀਂ ਕੰਮ ਕਰਨਾ ਨਾ, ਸਵੇਰੇ ਉੱਠਣਾ ਤੇ ਲਗਨ ਦੇ ਨਾਲ ਜਿਹੜਾ ਸਵੇਰੇ ਟਾਈਮ ਨਾਲ ਉੱਠ ਪਵੇਗਾ, ਟਾਈਮ ਨਾਲ ਇਸ਼ਨਾਨ ਪਾਨ ਕਰ ਲਵੇਗਾ, ਟਾਈਮ ਨਾਲ ਸਵੇਰ ਦਾ ਆਪਣਾ ਜੋ ਨਿਤਨੇਮ ਕਰਨਾ ਹੈ ਜਾਂ ਕਸਰਤ ਵਗੈਰਾ ਹੈ ਉਹ ਕਰਕੇ ਟਾਈਮ ਨਾਲ ਵਿਹਲਾ ਹੋ ਜਾਏਗਾ, ਟਾਈਮ ਨਾਲ ਉਹ ਲਗਨ ਦੇ ਨਾਲ ਦਫ਼ਤਰ ਜਾਏਗਾ, ਲਗਨ ਦੇ ਨਾਲ ਉਹ ਕੰਮ ਕਰੇਗਾ, ਲਗਨ ਦੇ ਨਾਲ, ਤਾਂ ਆਰਾਮ ਦੇ ਨਾਲ ਉਹਦੀ ਜ਼ਿੰਦਗੀ ਵਿੱਚ ਖੁਸ਼ੀ ਪਖੇੜੇ ਆਉਣਗੇ ਨਾ। ਲਗਨ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਨਿਭਾਏਗਾ, ਭੈਣਾਂ ਭਰਾਵਾਂ ਦੇ ਨਾਲ ਲਗਨ ਦੇ ਨਾਲ ਮਿਲੇ ਵਰਤੇਗਾ, ਲਗਨ ਦੇ ਨਾਲ ਪੜ੍ਹਾਈ ਕਰੇਗਾ। ਜੋ ਵੀ ਕੰਮ ਹੈ ਸੱਚੀ ਲਗਨ ਹੋਏਗੀ ਤਾਂ ਕਿੰਨੀ ਖੁਸ਼ੀ ਉਤਸ਼ਾਹ ਬਣਿਆ ਰਹੇਗਾ ਨਾ ਜ਼ਿੰਦਗੀ 'ਚ। ਇਸ ਲਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਜਿਹੜਾ ਹੈ, ਸੱਚ ਦੇ ਅੰਦਰ ਲਗਨ ਲਾਉਂਦਾ ਹੈ ਔਰ ਸੱਚੀ ਲਗਨ ਦੇ ਨਾਲ ਉਹ ਇਸ ਸੱਚ ਰੂਪ ਰਤਨ ਨੂੰ ਪ੍ਰਾਪਤ ਕਰ ਲੈਂਦਾ ਹੈ, ਅਮੁੱਲਕ ਮਨੁੱਖਾ ਜੀਵਨ ਦੇ ਲਾਹੇ ਨੂੰ ਖੱਟ ਲੈਂਦਾ ਹੈ। ਗੁਰਮੁਖ, ਇੱਥੇ ਰੁਕਣਾ ਹੈ। ਗੁਰਮੁਖ ਪਰਖੈ ਰਤਨ ਸੁਭਾਏ। ਸੁਭਾਏ ਦਾ ਮਤਲਬ ਸੁਭਾਵਕ, ਸੁਤੇ ਸਿੱਧ। ਜਿਵੇਂ ਭਾਉ ਤੋਂ ਸ਼ਬਦ ਬਣ ਜਾਂਦਾ ਹੈ ਪਾਏ, ਜਿਵੇਂ ਨਾਉ ਤੋਂ ਸ਼ਬਦ ਬਣ ਜਾਂਦਾ ਹੈ ਨਾਏ ਕਰਨ ਕਾਰਕ, ਤਿਵੇਂ ਭਾਉ ਤੋਂ ਪਾਏ ਤੇ ਸੁਭਾਉ ਤੋਂ ਸੁਪਾਏ। ਸੁਭਾਉ ਦਾ ਮਤਲਬ ਹੁੰਦਾ ਹੈ ਅਸਲ ਸੁਭਾਅ, ਅਸਲ ਵਿੱਚ ਸੁਭਾਵ, ਆਪਣਾ ਪਿਆਰ, ਆਪਣੀ ਲਗਨ। ਤਾਂ ਉਹ ਮਨੁੱਖ ਇਸ ਆਪਣੀ ਲਗਨ ਨਾਲ ਹੀ ਰਤਨ ਹਾਸਲ ਕਰ ਲੈਂਦਾ ਹੈ। ਪਰਖੇ ਦਾ ਮਤਲਬ ਪਰਖ ਲੈਂਦਾ ਹੈ ਔਰ ਜਿਹੜਾ ਨੇਕ ਬੰਦਾ ਹੈ, ਸੁਤੇ ਸਿੱਧ, ਇਸ ਰਤਨ ਦੀ ਕਦਰ ਕਰਦਾ ਹੈ ਔਰ ਇਹਨੂੰ ਪ੍ਰਾਪਤ ਕਰ ਲੈਂਦਾ ਹੈ। ਹੁਣ ਸੱਚ ਰਤਨ ਹੈ, ਸ਼ੁਭ ਗੁਣ ਜਿਹੜੇ ਨੇ ਰਤਨ ਨੇ, ਤੇ ਇਹਨਾਂ ਦੀ ਕੀਮਤ ਨੂੰ ਕੋਈ ਵਿਰਲਾ ਬੰਦਾ ਜਾਣਦਾ ਨਾ, ਆਮ ਬੰਦਾ ਇਹਨਾਂ ਦੀ ਕੀਮਤ ਨੂੰ ਨਹੀਂ ਜਾਣਦਾ। ਰਤਨ ਦੀ ਕੀਮਤ ਨੂੰ ਜੋਹਰੀ ਪਾਰਖੂ ਹੀ ਜਾਣਦਾ ਹੈ। ਇਸ ਲਈ ਜਿਹੜੇ ਲੋਕ ਇਹਨਾਂ ਰਤਨਾਂ ਦੇ ਵਪਾਰੀ ਨੇ, ਉਹ ਫਿਰ ਇਹਨਾਂ ਦੀ ਪਰਖ ਕਰਦੇ ਨੇ ਨਾ, ਉਹਨਾਂ ਨੂੰ ਇਹਨਾਂ ਦੀ ਪਰਖ ਦਾ ਪਤਾ ਹੈ ਕਿ ਇਹ ਗੁਣ ਕੀਮਤੀ ਨੇ, ਸੱਚ ਕਿੰਨਾ ਕੀਮਤੀ ਰਤਨ ਹੈ। ਇਸ ਨੂੰ ਪਰਖਣਾ ਹੈ ਨਾ, ਤੇ ਪਰਖਾਂਗੇ ਅਸੀਂ ਕਿਵੇਂ? ਯੂਜ਼ ਕਰਕੇ ਹੀ ਪਰਖੀ ਜਾ ਸਕਦੀ ਨਾ ਕੋਈ ਚੀਜ਼। ਜਦ ਤੱਕ ਅਸੀਂ ਉਹਨੂੰ ਵਰਤੋਂ ਵਿੱਚ ਨਹੀਂ ਲਿਆਵਾਂਗੇ ਤਾਂ ਅਸੀਂ ਉਹਨੂੰ ਪਰਖ ਨਹੀਂ ਸਕਦੇ। ਸਿੰਪਲ ਹੈ, ਜੇ ਅਸੀਂ ਕਾਰ ਵਗੈਰਾ ਖਰੀਦਣੀ ਹੋਈ ਤਾਂ ਅਸੀਂ ਉਹਨੂੰ ਦੇਖਦੇ ਆ ਨਾ, ਵੀ ਸਾਨੂੰ ਅਸੀਂ ਚਲਾ ਕੇ ਥੋੜਾ ਦੇਖ ਲਈਏ। ਜੁੱਤੀ ਵੀ ਲੈਣੀ ਹੋਵੇ ਤੇ ਅਸੀਂ ਪਾ ਕੇ ਥੋੜਾ ਤੁਰ ਕੇ ਦੇਖਦੇ ਆ ਨਾ, ਕਿ ਸਾਡੇ ਪੈਰਾਂ ਨੂੰ ਇਹ ਸੂਟ ਵੀ ਕਰਦੀ ਹੈ ਕਿ ਨਹੀਂ, ਘੁੱਟਦੀ ਤੇ ਨਹੀਂ, ਖੁੱਲੀ ਤੇ ਨਹੀਂ, ਇਹਦੇ ਨਾਲ ਅਸੀਂ ਠੀਕ ਚੱਲ ਸਕਦੇ ਹਾਂ ਕਿ ਨਹੀਂ। ਕੱਪੜੇ ਅਸੀਂ ਲੈਣੇ ਹੋਣ ਤੇ ਅਸੀਂ ਪਾ ਕੇ ਦੇਖਦੇ ਹਾਂ ਕਿ ਜ਼ਿਆਦਾ ਟਾਈਟ ਤੇ ਨਹੀਂ, ਖੁੱਲੇ ਤੇ ਨਹੀਂ। ਅਸੀਂ ਚੀਜ਼ ਨੂੰ ਪਰਖਦੇ ਹਾਂ ਨਾ, ਕੋਈ ਵੀ ਚੀਜ਼ ਲੈਣੀ ਹੋਵੇ। ਜ਼ਿੰਦਗੀ ਜੀਣ ਲੱਗਿਆ ਅਸੀਂ ਪਰਖ ਨਹੀਂ ਕਰਦੇ। ਧਰਮ ਦੀ ਦੁਨੀਆ ਵਿੱਚ ਅਸੀਂ ਐਵੇਂ ਨਹੀਂ ਕਰਦੇ, ਜੋ ਕਿਸੇ ਬਾਬੇ ਨੇ ਕਹਿ ਦਿੱਤਾ ਅਸੀਂ ਉਹੀ ਮੰਨ ਲੈਂਦੇ ਹਾਂ। ਕੋਈ ਝੂਠੀ ਕਹਾਣੀ ਸੁਣਾ ਦਿੱਤੀ ਅਸੀਂ ਵਾਹ ਵਾਹ ਕਰ ਦਿੰਦੇ ਹਾਂ। ਪਰਖਣ ਦੀ ਲੋੜ ਹੈ, ਸੱਚ ਦੀ ਕਸਵੱਟੀ ਤੇ। ਸੁਨਿਆਰੇ ਵੀਰ ਕੋਲ ਜਾਓਗੇ ਨਾ, ਸੋਨਾ ਅਸੀਂ ਵੇਚਣਾ ਹੈ ਤਾਂ ਉਹ ਸੋਨਾ ਤੁਹਾਡਾ ਖਰੀਦ ਲਏਗਾ, ਲੇਕਿਨ ਪਹਿਲਾਂ ਕਸਵੱਟੀ ਤੇ ਲਾ ਕੇ ਪਰਖੇਗਾ। ਜੇ ਉਹ ਠੀਕ ਹੈ ਤਾਂ ਲਏਗਾ, ਨਹੀਂ ਤੇ ਉਹ ਕਹਿ ਦੇਵੇਗਾ ਵੀ ਇਹ ਡੁਪਲੀਕੇਟ ਹੈ, ਇਹਦੇ ਵਿੱਚ ਅੱਧੀ ਮਿਲਾਵਟ ਹੈ, ਇਹਦਾ ਇੰਨਾ ਰੇਟ ਤੈਨੂੰ ਮਿਲ ਸਕਦਾ ਹੈ। ਤੇ ਕਈ ਵਾਰ ਸੁਨਿਆਰਾ ਵੀਰ ਕਹਿ ਦੇਵੇ ਕਿ ਇਹ ਤੇ ਬਿਲਕੁਲ ਡੁਪਲੀਕੇਟ ਹੈ, ਪਿੱਤਲ ਪਾਣੀ ਚੜਿਆ ਸੀ, ਇਹਦੇ ਵਿੱਚ ਤਾਂ ਸੋਨਾ ਹੈ ਹੀ ਨਹੀਂ। ਤੇ ਜੇ ਅਸੀਂ ਜਿੱਦ ਕਰੀਏ ਕਿ ਨਹੀਂ, ਮੈਂ ਦੇਖਾਂ ਪੀਲਾ ਤੇ ਹੈਗਾ, ਮੈਂ ਤੇ 50,000 ਦਾ ਖਰੀਦਿਆ ਕੜਾ, ਐਵੇਂ ਕਿਵੇਂ ਹੋ ਸਕਦਾ? ਤਾਂ ਉਹ ਕਹੇਗਾ ਵੀ ਤੇਰਾ ਅਣਜਾਣਪੁਣਾ ਹੈ, ਤੇਰੀ ਭੁੱਲ ਹੈ, ਤੂੰ ਠੱਗਿਆ ਗਿਆ ਹੈ, ਤੈਨੂੰ ਇਹਦੇ ਬਾਰੇ ਪਤਾ ਨਹੀਂ। ਤੇ ਜੇ ਅਸੀਂ ਫਿਰ ਜਿੱਦ ਕਰੀਏ ਯਾਰ ਮੈਂ ਤੇ 50,000 ਦਿੱਤਾ, ਤੇ ਉਹਨੇ ਕਹਿਣਾ ਵੀ ਇਹਦੇ ਚ ਮੇਰੀ ਗਲਤੀ ਤਾਂ ਨਹੀਂ ਨਾ, ਮੈਨੂੰ ਤੇ ਕਸਵੱਟੀ ਦੱਸ ਰਹੀ ਹੈ ਕਿ ਇਹ ਸੋਨਾ ਨਹੀਂ, ਇਹ ਡੁਪਲੀਕੇਟ ਹੈ, ਪਿੱਤਲ ਹੈ ਜਾਂ ਤਾਂਬਾ ਹੈ ਜਾਂ ਕੁਛ ਵੀ ਹੈ। ਇਸ ਲਈ ਸੱਚ ਦੀ ਕਸਵੱਟੀ ਤੇ ਪਰਖਣਾ ਹੈ, ਪਰਖ ਕੇ ਫਿਰ ਅਸੀਂ ਕਿਸੇ ਚੀਜ਼ ਨੂੰ ਮੰਨਣਾ ਹੈ।
ਤਾਂ ਗੁਰਮੁਖ ਜਿਹੜਾ ਹੈ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ, ਗੁਰੂ ਗਿਆਨ ਰਾਹੀਂ ਰਤਨਾਂ ਦੀ ਪਰਖ ਕਰਦਾ ਹੈ ਔਰ ਫਿਰ ਉਸ ਸੱਚ ਰੂਪ ਰਤਨ ਨੂੰ ਸਹਿਜ ਸੁਭਾਵਕ ਹੀ ਪ੍ਰੇਮ ਦੇ ਨਾਲ ਪ੍ਰਾਪਤ ਕਰ ਲੈਂਦਾ ਹੈ। ਯਾਨੀ ਗੁਰੂ ਦੇ ਗਿਆਨ ਨੂੰ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਨਾ, ਉਹਨੂੰ ਵਿਵੇਕ ਬੁੱਧ ਮਿਲ ਜਾਂਦੀ ਹੈ, ਉਹਦੇ ਕੋਲ ਕਾਮਨ ਸੈਂਸ ਹੁੰਦੀ ਹੈ, ਉਹ ਗੁਣ ਅਵਗੁਣ ਦੀ ਪਰਖ ਵਾਲਾ ਬਣ ਜਾਂਦਾ ਹੈ, ਉਹ ਸੱਚ ਝੂਠ ਦੀ ਪਰਖ ਵਾਲਾ ਬਣ ਜਾਂਦਾ ਹੈ, ਤੇ ਫਿਰ ਸਹਿਜ ਸੁਭਾਵਕ ਹੀ ਉਹ ਸੱਚ ਨੂੰ ਖਰੀਦਦਾ ਹੈ, ਸੱਚ ਦੇ ਨਾਲ ਜੁੜਦਾ ਹੈ, ਝੂਠ ਨੂੰ ਨਕਾਰ ਦਿੰਦਾ ਹੈ। ਗੁਰਮੁਖ ਸਾਚੀ ਕਾਰ ਕਮਾਏ। ਜੋ ਗੁਰੂ ਅਨੁਸਾਰੀ ਹੈ, ਜਿਨਨੇ ਗੁਰੂ ਤੋਂ ਗਿਆਨ ਹਾਸਲ ਕੀਤਾ ਹੈ ਜਾਂ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ ਹੈ, ਉਹਦੀ ਇਹ ਨਿਸ਼ਾਨੀ ਹੈ ਕਿ ਉਹ ਸੱਚੀ ਕਾਰ ਕਰਦਾ ਹੈ, ਸੱਚੀ ਕਾਰ ਕਮਾਉਂਦਾ ਹੈ। ਇਹ ਗੁਰਮੁਖ ਦੀ ਨਿਸ਼ਾਨੀ ਹੈ ਕਿ ਉਹਦਾ ਜੀਵਨ ਸੱਚਾ ਹੁੰਦਾ ਹੈ। ਉਹਦੀ ਹੋਰ ਕੋਈ ਨਿਸ਼ਾਨੀ ਨਹੀਂ ਹੈ ਕਿ ਉਹਨੇ ਵੱਖਰੇ ਪਹਿਨਾਵੇ ਪਹਿਨੇ ਹੋਣਗੇ। ਇੱਥੇ ਪਹਿਨਾਵਿਆਂ ਦੀ ਕੋਈ ਵੈਲਿਊ ਨਹੀਂ ਹੈ। ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈ ਹੈ, ਸਤਿਗੁਰ ਕੇ ਉਪਦੇਸ਼। ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਦੀ। ਉਹਦੇ ਕੱਪੜੇ ਬੜੇ ਚੰਗੇ ਨੇ, ਚਿੱਟੇ ਨੇ, ਸਫੇਦ ਨੇ, ਚਮਚਮ ਕਰਦੇ, ਦੁੱਧ ਵਰਗੇ ਚਿੱਟੇ, ਤੇ ਮਨ ਮੈਲਾ ਹੈ, ਮਾਨਸਿਕਤਾ ਮਾੜੀ ਹੈ, ਤਾਂ ਚਿੱਟੇ ਕੱਪੜੇ ਕੀ ਸਵਾਰਨਗੇ। ਜੇ ਕੱਪੜੇ ਗੇਰਵੇ ਜੋਗੀ ਰੰਗ ਦੇ ਭਗਵੇਂ ਪਾਏ ਨੇ, ਪਰ ਮਨ ਮੈਲਾ ਕਾਲਾ ਹੈ, ਤਾਂ ਜੋਗੀ ਰੰਗ ਦੇ ਭਗਵੇਂ ਕੱਪੜੇ ਥੋੜਾ ਕੁਝ ਸਵਾਰਨਗੇ, ਬਾਹਰ ਦੀ ਵੇਸ਼ਭੂਸ਼ਾ ਥੋੜਾ ਸਵਾਰੇਗੀ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਸੱਚੀ ਕਾਰ ਕਰਦਾ ਹੈ, ਸੱਚ ਦਾ ਧਾਰਨੀ ਹੈ, ਯਾਨੀ ਸੱਚ ਨੂੰ ਆਧਾਰ ਬਣਾ ਕੇ ਹਰ ਕੰਮ ਨੂੰ ਉਹ ਕਰਦਾ ਹੈ। ਇਸੇ ਨੂੰ ਸੱਚੀ ਕਾਰ ਕਹਿੰਦੇ ਨੇ। ਉਹ ਵਹਿਮਾਂ ਭਰਮਾਂ ਵਿੱਚ ਨਹੀਂ ਪੈਂਦਾ। ਗੁਰਮੁਖ ਸਾਚੇ ਮਨ ਪਤਿਆਏ। ਗੁਰਮੁਖ ਦਾ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਪਤਿਆਏ ਦਾ ਮਤਲਬ ਤਸੱਲੀ ਕਰਾ ਦਿੰਦਾ ਹੈ, ਗਿਝਾ ਲੈਂਦਾ ਹੈ, ਪਤੀਤ ਜਾਂਦਾ ਹੈ। ਤੇ ਗੁਰਮੁਖ ਦਾ ਜੋ ਮਨ ਹੈ, ਸੱਚੇ ਪ੍ਰਭੂ ਦੇ ਵਿੱਚ ਗਿੱਝ ਜਾਂਦਾ ਹੈ, ਮਨ ਮੰਨ ਜਾਂਦਾ ਹੈ ਰੱਬੀ ਗੁਣਾਂ ਦੇ ਵਿੱਚ। ਉਹਨੂੰ ਰੱਬੀ ਗੁਣਾਂ ਤੇ ਵਿਸ਼ਵਾਸ ਬਣ ਜਾਂਦਾ ਹੈ। ਉਹਦੇ ਮਨ ਦੇ ਅੰਦਰ ਇਹ ਵਿਸ਼ਵਾਸ ਹੈ ਕਿ ਹਰ ਥਾਂ ਤੇ ਚਾਰ ਚੁਫੇਰੇ ਰੱਬ ਆਪ ਹੀ ਪਸਰਿਆ ਹੋਇਆ ਹੈ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੇ ਵਿੱਚ ਉਹ ਆਪ ਹੀ ਵਸ ਰਿਹਾ ਹੈ। ਮਨੁੱਖ ਮਾਤਰ ਦੇ ਅੰਦਰ ਉਹ ਆਪ ਵਸ ਰਿਹਾ ਹੈ। ਘਟ ਘਟ ਮੈਂ ਹਰ ਜੂ ਵਸੇ। ਉਹਦਾ ਮਨ ਪਤੀਜ ਜਾਂਦਾ ਹੈ, ਉਹਦੇ ਮਨ ਨੂੰ ਵਿਸ਼ਵਾਸ ਬਣ ਜਾਂਦਾ ਹੈ। ਉਹ ਫਿਰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਦਾ ਹੈ। ਉਹਦੀ ਜ਼ਿੰਦਗੀ ਉੱਚੀ ਸੁੱਚੀ ਉਹਦੀ ਸੋਚ ਹੋ ਜਾਂਦੀ ਹੈ। ਉਹਦੇ ਕਰਮ ਚੰਗੇ ਔਰ ਮਹਾਨ ਹੋ ਜਾਂਦੇ ਨੇ, ਕਿਉਂਕਿ ਉਹਦਾ ਮਨ ਪਤੀਜ ਗਿਆ ਹੈ ਸੱਚ ਤੇ। ਗੁਰੂ ਗਿਆਨ ਰਾਹੀਂ ਉਹਨੇ ਹਰ ਸ਼ੈ ਨੂੰ ਪਰਖਿਆ ਹੈ, ਵਾਚਿਆ ਹੈ, ਤੇ ਫਿਰ ਉਹਦਾ ਮਨ ਮੰਨ ਗਿਆ ਹੈ, ਪਤੀਜ ਗਿਆ ਹੈ, ਉਹਨੂੰ ਵਿਸ਼ਵਾਸ ਆ ਗਿਆ ਹੈ ਔਰ ਉਹਨਾਂ ਗੁਣਾਂ ਦਾ ਧਾਰਨੀ ਹੋ ਗਿਆ। ਗੁਰਮੁਖ ਅਲਖ ਲਖਾਏ ਤਿਸ ਪਾਵੇ। ਅਲਖ ਦਾ ਮਤਲਬ ਜਿਹੜਾ ਦਿਸਦਾ ਨਹੀਂ, ਲਖਾਏ ਦਾ ਮਤਲਬ ਉਹਨੂੰ ਵੇਖ ਲੈਂਦਾ ਹੈ, ਸੂਝ ਪੈਦਾ ਕਰ ਦਿੰਦਾ ਹੈ। ਇਸ ਦਾ ਮਤਲਬ ਉਹਨੂੰ। ਤਾਂ ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ। ਅਲਖ ਲਖਾਏ, ਜਿਹੜਾ ਅਲਖ ਪ੍ਰਭੂ ਹੈ ਉਹਨੂੰ ਵੇਖ ਲੈਂਦਾ ਹੈ। ਇਸ ਭਾਵੇ ਦਾ ਮਤਲਬ ਫਿਰ ਉਹਨੂੰ ਰੱਬ ਪਾ ਜਾਂਦਾ ਹੈ, ਰੱਬ ਨੂੰ ਉਹ ਪਾ ਜਾਂਦਾ ਹੈ, ਰੱਬ ਦੇ ਭਾਣੇ ਵਿੱਚ ਤੁਰਦਾ ਹੈ। ਗੁਰਮੁਖ ਅਲਖ ਲਖਾਏ ਤਿਸ ਭਾਵੇ। ਜਦੋਂ ਹਰੀ ਨੂੰ ਪਾਉਂਦਾ ਹੈ ਤਾਂ ਜਿਹੜਾ ਗੁਰੂ ਸਮਰਪਿਤ ਮਨੁੱਖ ਹੈ ਉਹ ਅਦ੍ਰਿਸ਼ਟ ਪ੍ਰਭੂ ਨੂੰ ਵੇਖ ਲੈਂਦਾ ਹੈ। ਹੁਣ ਪ੍ਰਭੂ ਨੂੰ ਭਾਣ ਦਾ ਮਤਲਬ, ਕੌਣ ਪਾਏਗਾ ਪ੍ਰਭੂ ਨੂੰ? ਜੋ ਪ੍ਰਭੂ ਦੇ ਭਾਣੇ ਵਿੱਚ ਤੁਰੇਗਾ, ਉਸ ਪ੍ਰਭੂ ਨੂੰ ਪਾਉਂਦਾ ਹੈ। ਤਾਂ ਗੁਰਮੁਖ ਉਸ ਅਲਖ ਪ੍ਰਭੂ ਦੇ ਗੁਣਾਂ ਦੀ ਹੋਰਨਾਂ ਨੂੰ ਵੀ ਸੂਝ ਦਿੰਦਾ ਹੈ। ਤੇ ਪ੍ਰਭੂ ਨੂੰ ਕੌਣ ਪਾਏਗਾ? ਜੋ ਪ੍ਰਭੂ ਦੇ ਭਾਣੇ ਵਿੱਚ ਤੁਰੇਗਾ। ਯਾਨੀ ਰੱਬੀ ਰਜਾ ਵਿੱਚ ਤੁਰਨਾ ਹੀ ਰੱਬ ਨੂੰ ਭਾ ਜਾਣਾ ਹੈ, ਰੱਬ ਨੂੰ ਪਿਆਰਾ ਲੱਗਣਾ ਹੈ। ਤੇ ਜੋ ਰੱਬੀ ਰਜਾ ਮੁਤਾਬਕ ਗੁਰੂ ਅਨੁਸਾਰੀ ਪੁਰਸ਼ ਤੁਰਦਾ ਹੈ, ਉਹ ਅਲਖ ਨੂੰ ਵੇਖ ਲੈਂਦਾ ਹੈ, ਆਪਣੇ ਅੰਦਰ ਵੀ ਤੇ ਦੂਜਿਆਂ ਦੇ ਅੰਦਰ ਵੀ। ਤੇ ਵੇਖਦਾ ਕਿਵੇਂ ਹੈ? ਹੁਣ ਸਾਡੇ ਅੰਦਰ ਗੁਣ ਨੇ ਨਾ, ਸੱਚ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ। ਅਸੀਂ ਇਹਨਾਂ ਗੁਣਾਂ ਨੂੰ ਕਦੇ ਯੂਜ਼ ਨਹੀਂ ਕੀਤਾ ਕਿਉਂਕਿ ਆਪਣੇ ਅੰਦਰ ਝਾਤ ਨਹੀਂ ਮਾਰੀ ਕਿ ਮੇਰੇ ਅੰਦਰ ਇਹ ਗੁਣ ਵੀ ਹੈ ਨੇ। ਅੰਦਰ ਵੇਖੇ ਹੀ ਨਹੀਂ ਨਾ, ਸੈਲਫ ਐਨਾਲਿਸਿਸ ਕੀਤਾ ਹੀ ਨਹੀਂ।
ਮੇਰੇ ਅੰਦਰ ਕੀ ਪੋਸੀਬਿਲਿਟੀਜ਼ ਨੇ, ਮੈਂ ਉਹਨਾਂ ਵੱਲ ਕਦੇ ਧਿਆਨ ਹੀ ਨਹੀਂ ਕੀਤਾ। ਮੇਰੇ ਅੰਦਰ ਕੀ ਸੰਭਾਵਨਾਵਾਂ ਨੇ, ਮੈਂ ਕਿਹੜਾ ਮਹਾਨ ਹੋ ਸਕਦਾ ਹਾਂ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਸਕਦਾ ਹਾਂ, ਮੈਂ ਸੱਚ ਨਾਲ ਜੁੜ ਸਕਦਾ, ਦਇਆ ਨਾਲ ਜੁੜ ਸਕਦਾ। ਇਹ ਤਾਂ ਕਦੇ ਮੈਂ ਵੇਖਿਆ ਹੀ ਨਹੀਂ। ਤੇ ਉਹ ਗੁਣ ਜਿਹੜੇ ਨੇ ਅਦ੍ਰਿਸ਼ਟ ਹੀ ਪੈ ਰਹਿੰਦੇ ਨੇ, ਪਰਦੇ ਵਿੱਚ ਹੀ ਪੈ ਰਹਿ ਜਾਂਦੇ ਨੇ ਆਮ ਮਨੁੱਖਾਂ ਦੇ। ਕੁਝ ਲੋਕ ਨੇ ਜੋ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰ ਲੈਂਦੇ ਨੇ, ਆਪਣੇ ਅੰਦਰ ਛਿਪੇ ਪ੍ਰਭੂ ਨੂੰ ਵੇਖ ਲੈਂਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪ੍ਰਭੂ ਨੂੰ ਪਾਉਂਦਾ ਹੈ ਤਾਂ ਗੁਰਮੁਖ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਉਸ ਅਦ੍ਰਿਸ਼ਟ ਨੂੰ ਵੇਖਦਾ ਹੈ ਤੇ ਦੂਜਿਆਂ ਨੂੰ ਵੀ ਉਹ ਗੁਣਾਂ ਦੀ ਸਾਂਝ ਪਾਉਣ ਦੀ ਪ੍ਰੇਰਨਾ ਦਿੰਦਾ ਹੈ। ਨਾਨਕ ਗੁਰਮੁਖ ਚੋਟ ਨਾ ਖਾਵੇ। ਚੋਟ ਦਾ ਮਤਲਬ ਮਾਰ, ਗੁਰਮੁਖ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਗੁਰੂ ਗਿਆਨ ਮੁਤਾਬਕ, ਗੁਰੂ ਉਪਦੇਸ਼ ਮੁਤਾਬਕ ਜੋ ਜ਼ਿੰਦਗੀ ਜੀਂਦਾ ਹੈ, ਉਹ ਵਿਕਾਰਾਂ ਦੀ ਮਾਰ ਨਹੀਂ ਖਾਂਦਾ। ਵਿਕਾਰਾਂ ਦੀ ਮਾਰ। ਹੁਣ ਇਸ ਦੁਨੀਆ ਵੱਲ ਜਦੋਂ ਅਸੀਂ ਵੇਖਾਂਗੇ ਨਾ, ਤਾਂ ਕੁਝ ਲੋਕ ਕਾਮ ਵਾਸਨਾਵਾਂ ਦੀ ਮਾਰ ਥੱਲੇ ਨੇ ਔਰ ਉਹਨਾਂ ਦਾ ਆਤਮਿਕ ਜੀਵਨ ਬਰਬਾਦ ਹੋ ਗਿਆ ਹੈ, ਕਰੈਕਟਰ ਤੋਂ, ਆਚਰਨ ਤੋਂ ਗਿਰ ਗਏ ਨੇ। ਕੁਝ ਲੋਕ ਝੂਠ ਦੀ ਮਾਰ ਥੱਲੇ ਆ ਗਏ ਨੇ ਔਰ ਸੱਚ ਤੋਂ ਦੂਰ ਚਲੇ ਗਏ ਨੇ, ਆਪਣਾ ਘਰ ਪਰਿਵਾਰ ਹੀ ਝੂਠ ਬੋਲ ਬੋਲ ਕੇ ਬਰਬਾਦ ਕਰ ਲਿਆ ਹੈ। ਕੁਝ ਲੋਕ ਕ੍ਰੋਧ ਦੀ ਮਾਰ ਖਾ ਰਹੇ ਨੇ, ਚੰਗੇ ਭਲੇ ਬੰਦੇ, ਬੜੇ ਬੜੇ ਸਿਆਣੇ ਬੰਦੇ ਜੋ ਆਪਣੇ ਕ੍ਰੋਧ ਤੇ ਕੰਟਰੋਲ ਨਹੀਂ ਕਰ ਪਾਏ ਤੇ ਕ੍ਰੋਧ ਕਰਕੇ ਆਪਣੇ ਰਿਸ਼ਤੇ ਨਾਤੇ ਤੋੜ ਬੈਠੇ ਨੇ, ਸੱਜਣਾ ਮਿੱਤਰਾਂ ਤੋਂ ਦੂਰ ਹੋ ਗਏ ਨੇ। ਕ੍ਰੋਧ ਦੇ ਕਾਰਨ ਕਿਤੇ ਕਤਲ ਕਰ ਬੈਠੇ, ਜੇਲ੍ਹਾਂ ਵਿੱਚ ਬੈਠੇ ਨੇ। ਕੋਈ ਮੋਹ ਦੀ ਮਾਰ ਥੱਲੇ ਹੈ, ਸਵਾਰਥ ਦੀ ਮਾਰ ਥੱਲੇ ਹੈ, ਆਪਣੇ ਅੰਦਰੋਂ ਇਨਸਾਨੀਅਤ ਗਵਾ ਬੈਠਾ ਹੈ। ਕੋਈ ਅਹੰਕਾਰ ਦੀ ਮਾਰ ਥੱਲੇ ਆ ਗਿਆ, ਕੋਈ ਲਾਲਚ ਦੀ ਮਾਰ ਥੱਲੇ ਆ ਗਿਆ, ਕੋਈ ਜੈਲਸੀ ਦੀ ਮਾਰ ਥੱਲੇ ਆ ਗਿਆ। ਲੋਕ ਮਾਰ ਖਾ ਰਹੇ ਨੇ ਨਾ ਇਹਨਾਂ ਵਿਕਾਰਾਂ ਦੀ, ਯਾਨੀ ਦੁਖੀ ਨੇ ਨਾ ਇਹਨਾਂ ਵਿਕਾਰਾਂ ਕਰਕੇ। ਮਾਰ ਖਾਣ ਦਾ ਮਤਲਬ ਵਿਕਾਰਾਂ ਹੱਥੋਂ ਦੁਖੀ ਹੋਣਾ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਨਾ, ਉਹ ਇਹਨਾਂ ਵਿਕਾਰਾਂ ਤੋਂ ਮਾਰ ਨਹੀਂ ਖਾਂਦਾ, ਇਹਨਾਂ ਵਿਕਾਰਾਂ ਹੱਥੋਂ ਦੁਖੀ ਨਹੀਂ ਹੁੰਦਾ, ਕਿਉਂਕਿ ਉਹਦੀ ਜ਼ਿੰਦਗੀ 'ਚ ਇਹ ਵਿਕਾਰ ਹੈ ਹੀ ਨਹੀਂ। ਉਹ ਇਹਨਾਂ ਵਿਕਾਰਾਂ ਤੋਂ ਬਚਿਆ ਹੋਇਆ ਹੈ। ਉਹਨਾਂ ਦੇ ਅੰਦਰ ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਇਨਸਾਨੀਅਤ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ। ਉਹਨਾਂ ਗੁਣਾਂ ਦਾ ਆਨੰਦ ਮਾਣ ਰਿਹਾ ਹੈ। ਤਾਂ ਦੇਖੋ ਕਿੰਨਾ ਸੌਖਾ ਸਾਧਨ ਹੈ। ਆਮ ਬੰਦਾ ਇਹਨਾਂ ਵਿਕਾਰਾਂ ਦੀ ਮਾਰ ਤੋਂ ਬਚ ਸਕਦਾ ਹੈ ਜੇ ਗੁਰਬਾਣੀ ਨੂੰ ਆਪ ਪੜ੍ਹ ਕੇ ਗੁਰਬਾਣੀ ਦੇ ਆਸ਼ੇ ਮੁਤਾਬਕ ਜ਼ਿੰਦਗੀ ਜੀਵੇ, ਤਾਂ ਸਾਡਾ ਜੀਵਨ ਕਿੰਨਾ ਸੁਹਾਵਣਾ ਹੋ ਸਕਦਾ ਹੈ। ਅਗਲਾ ਬਚਨ ਕਰਦੇ ਨੇ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਜਿਹੜਾ ਹੈ। ਇੱਥੇ ਨਾਮ ਦਾ ਮਤਲਬ ਹੈ ਹੁਕਮ ਦੇ ਵਿੱਚ ਰਹਿਣਾ, ਦਾਨ ਦਾ ਮਤਲਬ ਹੈ ਵੰਡ ਕੇ ਛਕਣਾ, ਤੇ ਇਸ਼ਨਾਨ ਦਾ ਮਤਲਬ ਹੈ ਆਤਮਿਕ ਇਸ਼ਨਾਨ, ਅੰਦਰ ਦੀ ਸ਼ੁੱਧਤਾ। ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਜਿਹੜਾ ਬੰਦਾ ਹੈ, ਉਹ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦਾ ਉਹ ਧਾਰਨੀ ਹੈ। ਤੇ ਦਾਨ ਦਾ ਮਤਲਬ ਉਹ ਵੰਡ ਕੇ ਛਕਦਾ ਹੈ, ਆਪ ਵੀ ਗੁਣਾਂ ਦਾ ਧਾਰਨੀ ਹੈ ਤੇ ਦੂਜਿਆਂ ਨੂੰ ਵੀ ਗੁਣਾਂ ਦੇ ਨਾਲ ਜੋੜਦਾ ਹੈ, ਸੱਚ ਦੇ ਨਾਲ ਜੋੜਦਾ ਹੈ। ਤੇ ਇਸ਼ਨਾਨ ਦਾ ਮਤਲਬ ਉਹ ਆਤਮਿਕ ਇਸ਼ਨਾਨ ਕਰਦਾ ਹੈ ਗਿਆਨ ਦੇ ਨਾਲ। ਤੀਰਥ ਨਾਵਣ ਜਾਉ, ਤੀਰਥ ਗਿਆਨ ਹੈ। ਜਾਂ ਜਿਹੜਾ ਗੁਰੂ ਹੈ ਉਹ ਇੱਕ ਸੰਤੋਖ ਦਾ ਮਾਨੋ ਸਰੋਵਰ ਹੈ, ਸੱਚ ਦਾ ਸਰੋਵਰ ਹੈ, ਗਿਆਨ ਦਾ ਸਰੋਵਰ ਹੈ। ਉਹਦੇ ਅੰਦਰ ਆਪਣੀ ਮਾਨਸਿਕਤਾ ਦਾ ਇਸ਼ਨਾਨ ਕਰਾਉਂਦਾ ਹੈ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਮੈਂ ਕੇ ਰੰਗ। ਆਪਣੀ ਮੱਤ ਨੂੰ ਸਾਫ਼ ਕਰਦਾ ਵਿਕਾਰਾਂ ਤੋਂ, ਆਪਣੀ ਸੋਚ ਨੂੰ ਸਾਫ਼ ਕਰਦਾ ਵਿਕਾਰਾਂ ਤੋਂ। ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ, ਨਾਮ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਦਾ ਹੈ, ਰੱਬੀ ਗੁਣ ਗਾਉਂਦਾ ਹੈ, ਰੱਬ ਦੀ ਸਿਫਤ ਸਲਾਹ ਕਰਦਾ ਹੈ। ਦਾਨ ਉਹ ਵੰਡ ਕੇ ਛਕਦਾ ਹੈ, ਯਾਨੀ ਅੱਗੇ ਵੀ ਗੁਣਾਂ ਨੂੰ ਵੰਡਦਾ ਹੈ। ਇਸ਼ਨਾਨ ਤੋਂ ਭਾਵ ਕਿ ਉਹ ਆਪਣੀ ਮਾਨਸਿਕਤਾ ਨੂੰ, ਆਪਣੀ ਮਤ ਬੁੱਧ ਨੂੰ ਗੁਰੂ ਗਿਆਨ ਰਾਹੀਂ ਸਾਫ਼ ਕਰਦਾ ਹੈ, ਮਾਨਸਿਕਤਾ ਨੂੰ ਇਸ਼ਨਾਨ ਕਰਾਉਂਦਾ ਹੈ, ਗਿਆਨ ਦੇ ਅੰਦਰ ਆਪਣੀ ਡੁਬਕੀ ਲਾਉਂਦਾ ਹੈ ਔਰ ਗਿਆਨ ਰਾਹੀਂ ਆਪਣੀ ਮਤ ਨੂੰ ਸਾਫ਼ ਕਰਦਾ ਹੈ। ਗੁਰਮੁਖ ਲਾਗੈ ਸਹਿਜ ਧਿਆਨ। ਤੇ ਆਮ ਕਰਕੇ ਅਸੀਂ ਦੇਖਦੇ ਹਾਂ ਲੋਕ ਸਮਾਧੀਆਂ ਲਾਉਂਦੇ ਨੇ,
ਮੈਡੀਟੇਸ਼ਨ ਕਰਦੇ ਨੇ, ਧਿਆਨ ਲਗਾਉਂਦੇ ਨੇ, ਦਸਮ ਦੁਆਰ ਵਿੱਚ ਪ੍ਰਾਣ ਚੜਾਉਂਦੇ ਨੇ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਕਰਮਾਂ ਤੋਂ ਵਰਜਿਆ ਹੈ। ਆਪ ਇੱਕ ਪੰਕਤੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਆਪ ਫਿਰ ਇਹ ਨੋਟ ਕਰਨੀ ਚਾਹੋ ਤੇ ਕਰ ਲਓ, ਤੇ ਤੁਸੀਂ ਗੁਰਬਾਣੀ ਸਰਚਰ ਚੋਂ ਆਪ ਵੀ ਇਹ ਪੰਕਤੀ ਸਰਚ ਕਰਕੇ ਦੇਖ ਸਕਦੇ ਹੋ। ਮਨ ਨਿਰਮਲ ਨਹੀਂ ਦਸਵੇਂ ਦਵਾਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਮਨ ਨਿਰਮਲ ਨਹੀਂ ਦਸਵੇਂ ਦਵਾਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਕਿ ਦਸਮ ਦਵਾਰ ਵਿੱਚ ਪ੍ਰਾਣ ਚੜਾਉਣ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ। ਦਸਮ ਦਵਾਰ ਵਿੱਚ ਪ੍ਰਾਣ ਚੜਾਉਣ ਨਾਲ ਮਨ ਨਿਰਮਲ ਨਹੀਂ ਹੁੰਦਾ। ਸਗੋਂ ਐਸੇ ਇਨਸਾਨ ਜਿਹੜੇ ਕਮਲੇ ਨੇ, ਬੇਸਮਝ ਨੇ, ਉਹ ਭਟਕਣਾ ਦੇ ਵਿੱਚ ਪਏ ਹੋਏ ਨੇ। ਦਸਮ ਦਵਾਰ ਕੋਈ ਸਾਡੇ ਦਿਮਾਗ ਦੇ ਵਿੱਚ ਅੰਦਰ ਮੱਥੇ 'ਚ ਕੋਈ ਨਿੱਕੀ ਜੀ ਮੋਰੀ ਨਹੀਂ ਕਿ ਜਿਹਦੇ ਵਿੱਚੋਂ ਦੀ ਅਸੀਂ ਪ੍ਰਾਣ ਉਤਾਂ ਚੜਾਣੇ ਨੇ। ਦਸਮ ਦਵਾਰ ਦਾ ਮੀਨਿੰਗ ਹੈ ਦਿਮਾਗ, ਦਿਮਾਗ ਦੀ ਵਰਤੋਂ ਕਰਨੀ ਹੈ। ਤਾਂ ਇੱਥੇ ਜੋ ਸਮਾਧੀ ਦੀ ਮੈਂ ਗੱਲ ਕਰ ਰਿਹਾ ਸਾਂ, ਇਹੋ ਜਿਹੀਆਂ ਸਮਾਧੀਆਂ ਦਾ ਗੁਰਮਤਿ ਦੇ ਵਿੱਚ ਕੋਈ ਥਾਂ ਨਹੀਂ। ਇਹਨਾਂ ਸਮਾਧੀਆਂ ਦਾ ਖੰਡਨ ਜਪਜੀ ਸਾਹਿਬ ਜੀ ਦੀਆਂ ਪਹਿਲੀਆਂ ਪੌੜੀਆਂ ਵਿੱਚ ਹੀ ਕਰ ਦਿੱਤਾ ਗਿਆ ਹੈ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਲਿਵਤਾਰ ਦਾ ਮਤਲਬ ਜੇ ਮੈਂ ਲਗਾਤਾਰ ਸਮਾਧੀ ਲਾਈ ਰੱਖਾਂ ਤਾਂ ਬਾਹਰੀ ਚੁੱਪ ਦੇ ਨਾਲ ਮਨ ਚੁੱਪ ਨਹੀਂ ਹੁੰਦਾ, ਮਨ ਵਿੱਚ ਤਾਂ ਵਿਚਾਰ ਪੈਦਾ ਹੁੰਦੇ ਰਹਿਣਗੇ। ਇੱਥੇ ਸਹਿਜ ਧਿਆਨ ਦੀ ਗੱਲ ਹੈ, ਤੇ ਸਹਿਜ ਦੇ ਜੱਜੇ ਨਾਲ ਹੈ ਸਿਹਾਰੀ। ਇਹਦਾ ਮਤਲਬ ਸਹਿਜ ਵਿੱਚ, ਸਹਿਜ ਦੇ ਵਿੱਚ ਧਿਆਨ ਲੱਗ ਜਾਂਦਾ ਹੈ। ਇਹ ਚੀਜ਼ ਸਮਝਣ ਵਾਲੀ ਹੈ। ਗੁਰੂ ਦੇ ਸਨਮੁਖ ਹੋਇਆਂ ਸਹਿਜ ਦੇ ਅੰਦਰ ਧਿਆਨ ਲੱਗ ਜਾਂਦਾ ਹੈ। ਗੁਰਮੁਖ ਲਾਗੇ ਸਹਿਜ ਧਿਆਨ, ਸਹਿਜ ਵਿੱਚ। ਤੇ ਸਹਿਜ ਦਾ ਮਤਲਬ ਆਤਮਕ ਅਡੋਲਤਾ, ਮਨ ਬਚਨ ਔਰ ਕਰਮ ਦੀ ਇਕਸਾਰਤਾ। ਉਹਦਾ ਧਿਆਨ ਜਿਹੜਾ ਹੈ ਭਟਕਦਾ ਨਹੀਂ। ਮਨ ਬਚਨ ਔਰ ਕਰਮ ਦੇ ਅੰਦਰ ਉਹ ਸੱਚ ਦਾ ਧਾਰਨੀ ਹੁੰਦਾ ਹੈ। ਉਹ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਮਨ ਬਚਨ ਔਰ ਕਰਮ ਕਰਕੇ ਇੱਕ ਹੋ ਜਾਂਦਾ ਹੈ। ਉਹਦੇ ਮਨ ਵਿੱਚ ਵੀ ਸੱਚ ਹੈ, ਉਹਦੇ ਬੋਲ ਵੀ ਸੱਚੇ ਨੇ, ਉਹਦਾ ਵਿਹਾਰ ਵੀ ਸੱਚਾ ਹੈ। ਤਾਂ ਉਹਦੀ ਆਤਮਕ ਅਡੋਲਤਾ ਦੇ ਅੰਦਰ ਧਿਆਨ ਲੱਗ ਜਾਂਦਾ ਹੈ। ਭਾਵ ਕਿ ਉਹ ਵਿਕਾਰਾਂ ਵੱਲ ਕਦੇ ਡੋਲਦਾ ਨਹੀਂ। ਸ਼ੁਭ ਗੁਣਾਂ ਦੇ ਨਾਲ ਜੁੜ ਜਾਣਾ ਹੀ ਸਮਾਧੀ ਹੈ, ਸੱਚ ਦੇ ਨਾਲ ਜੁੜ ਜਾਣਾ ਹੀ ਸਮਾਧੀ ਹੈ। ਉਹ ਬੰਦਾ ਸੱਚ ਨਾਲੋਂ ਕਦੇ ਟੁੱਟਦਾ ਨਹੀਂ। ਆਮ ਕੀ ਹੁੰਦਾ ਹੈ ਕਿ ਸਵੇਰੇ ਘੰਟਾ 2 ਘੰਟੇ ਸਮਾਧੀ ਲਾਈ, ਮੈਡੀਟੇਸ਼ਨ ਕੀਤਾ, ਤੇ ਬਾਕੀ ਸਾਰਾ ਦਿਨ ਝੂਠ। ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋਗੇ ਐਸਿਆਂ ਨੂੰ ਕਿ ਜਿਹੜੇ ਸਵੇਰੇ ਉੱਠ ਕੇ ਧਿਆਨ ਸਾਧਨਾ ਕਰਦੇ ਨੇ, ਲੇਕਿਨ ਜ਼ਿੰਦਗੀ ਵੇਖ ਲਓ ਝੂਠ ਫਰੇਬ ਆਮ ਹੋਏਗਾ। ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁਗਿਣਤੀ। ਲੇਕਿਨ ਜਿਨ੍ਹਾਂ ਦਾ ਧਿਆਨ ਆਤਮਕ ਅਡੋਲਤਾ ਵਿੱਚ ਲੱਗ ਜਾਂਦਾ ਨਾ, ਉਹ ਕਦੇ ਬੰਦੇ ਡੋਲਦੇ ਨਹੀਂ। ਉਹਨਾਂ ਨੂੰ ਆਰਿਆਂ ਦੇ ਨਾਲ ਚੀਰ ਦਿਓ ਤਾਂ ਨਹੀਂ ਡੋਲਦੇ। ਉਹਨਾਂ ਨੂੰ ਡੁਲਾਉਣ ਦਾ ਯਤਨ ਕੀਤਾ ਜਾਂਦਾ ਹੈ, ਚਰਖੜੀਆਂ ਤੇ ਚੜਾਇਆ ਜਾਂਦਾ ਹੈ, ਉਹਨਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕੀਤੇ ਜਾਂਦੇ ਨੇ, ਲੇਕਿਨ ਉਹ ਡੋਲਦੇ ਨਹੀਂ। ਇਹੀ ਸਮਾਧੀ ਹੈ, ਸੱਚ ਦੇ ਨਾਲ ਜੁੜ ਜਾਣਾ। ਤਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਦਾ ਧਿਆਨ ਜਿਹੜਾ ਹੈ ਆਤਮਕ ਅਡੋਲਤਾ ਵਿੱਚ ਜੁੜ ਜਾਂਦਾ ਹੈ। ਯਾਨੀ ਉਹ ਸੰਸਾਰ ਵਿੱਚ ਰਹਿੰਦਾ ਨਿਰਲੇਪ ਰਹਿੰਦਾ ਹੈ, ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਗੁਣਾਂ ਦੇ ਨਾਲ ਜੁੜਿਆ ਰਹਿੰਦਾ। ਗੁਰਮੁਖ ਪਾਵੈ ਦਰਗਾਹ ਮਾਨ। ਕਈ ਵੀਰ ਦਰਗਾਹ ਪੜ੍ਹਦੇ ਨੇ, ਪਰ ਸ਼ੁੱਧ ਉਚਾਰਨ ਹੈ ਦਰਗਾਹ। ਪਰ ਜੇ ਕੋਈ ਦਰਗਾਹ ਪੜ੍ਹਦਾ ਹੈ ਤੇ ਉਹਦੇ ਨਾਲ ਵਿਵਾਦ ਕਰਨ ਦੀ ਲੋੜ ਨਹੀਂ, ਕਿਉਂਕਿ ਗੁਰਬਾਣੀ ਜਿਹੜੀ ਹੈ ਨਾ ਵਿਵਾਦ ਵਾਸਤੇ ਨਹੀਂ ਹੈ। ਉਚਾਰਨ ਦਾ ਥੋੜਾ ਬਹੁਤਾ ਮਤਭੇਦ ਚੱਲਦਾ ਰਹਿੰਦਾ ਹੈ, ਥੋੜਾ ਬਹੁਤਾ ਮਤਭੇਦ ਚੱਲਦਾ ਹੈ, ਲੇਕਿਨ ਉਚਾਰਨ ਸ਼ਬਦ ਹੈ ਦਰਗਾਹ, ਪੜ੍ਹਨਾ ਹੈ ਦਰਗਾਹ। ਪਰ ਜੇ ਕੋਈ ਦਰਗਾਹ ਪੜ੍ਹਦਾ ਹੈ ਤਾਂ ਵਿਵਾਦ ਨਹੀਂ, ਵਿਵਾਦ ਦੀ ਲੋੜ ਨਹੀਂ ਹੈ। ਗੱਲ ਤਾਂ ਅਸਲ ਦੇ ਵਿੱਚ ਅਰਥ ਭਾਵ ਨੂੰ ਸਮਝਣ ਦੀ ਹੈ। ਗੁਰਮੁਖ ਪਾਵੈ ਦਰਗਾਹ ਮਾਨ। ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ ਉਹ ਦਰਗਾਹ ਦੇ ਵਿੱਚ ਮਾਨ ਪਾਉਂਦਾ ਹੈ। ਹੁਣ ਸਮਝਣਾ ਹੈ ਕਿ ਦਰਗਾਹ ਕਿੱਥੇ ਹੈ। ਜਿੱਥੇ ਰੱਬ ਹੋਏਗਾ ਉੱਥੇ ਦਰਗਾਹ ਹੋਏਗੀ। ਤੇ ਆਮ ਲੋਕਾਂ ਨੇ ਮੰਨ ਲਿਆ ਕਿ ਰੱਬ ਉੱਤੇ ਹੈ, ਜੰਨਤ ਵਿੱਚ ਹੈ, ਜਾਂ ਸਵਰਗ ਵਿੱਚ ਹੈ, ਜਾਂ ਬੈਕੁੰਠ ਧਾਮ ਵਿੱਚ ਹੈ, ਜਾਂ 7ਵੇਂ 8ਵੇਂ ਅਸਮਾਨ ਵਿੱਚ ਹੈ। ਤੇ ਜਿਵੇਂ ਸਾਡੇ ਵੀ ਕਹਿਣ ਲੱਗ ਗਏ ਕਿ ਉੱਤੇ ਇੱਕ ਵੱਖਰਾ ਸੱਚਖੰਡ ਹੈ, ਉੱਥੇ। ਜੇ ਇਹ ਗੱਲ ਮੰਨ ਲਈ ਜਾਏ
ਕਿ ਰੱਬ ਉੱਤੇ ਕਿਤੇ ਵੱਖਰੇ ਸੱਚਖੰਡ ਵਿੱਚ ਰਹਿੰਦਾ ਹੈ, ਤਾਂ ਫਿਰ ਬਾਣੀ ਤਾਂ ਸਾਰੀ ਇਹ ਕਹਿ ਰਹੀ ਹੈ ਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਹੁਣ ਗੁਰਬਾਣੀ ਨੂੰ ਸੱਚ ਮੰਨੀਏ ਜਾਂ ਕਿ ਜਿਹੜੇ ਇਹ ਕਹਿ ਰਹੇ ਨੇ ਕਿ ਰੱਬ ਉੱਤੇ ਵਸਦਾ ਹੈ ਉਹਨਾਂ ਨੂੰ ਸੱਚ ਮੰਨੀਏ, ਤਾਂ ਸਾਨੂੰ ਗੁਰਬਾਣੀ ਨੂੰ ਸੱਚ ਮੰਨਣਾ ਪੈਣਾ ਹੈ। ਗੁਰਬਾਣੀ ਸੱਚ ਹੈ। ਘਟ ਘਟ ਮੈਂ ਹਰ ਜੂ ਵਸੈ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੇ ਅੰਦਰ ਵਸਦਾ ਹੈ ਪਿਆ, ਇਨਸਾਨਾਂ ਵਿੱਚ ਵਸਦਾ ਹੈ ਪਿਆ। ਤਾਂ ਦਰਗਾਹ ਦਾ ਮਾਨ ਦਾ ਮਤਲਬ ਜਿੱਥੇ ਯੂਨੀਵਰਸਲ ਟਰੁੱਥ ਦੇ ਬੇਸ ਤੇ ਫੈਸਲੇ ਹੁੰਦੇ ਨੇ ਨਾ, ਉੱਥੇ ਫਿਰ ਗੁਰਮੁਖ ਹੀ ਮਾਨ ਪਾਉਂਦਾ ਹੈ। ਜਿੱਥੇ ਯੂਨੀਵਰਸਲ ਟਰੁੱਥ ਦੇ ਬੇਸ ਤੇ ਪਰਖਿਆ ਜਾਏਗਾ ਜੀਵਨ, ਉੱਥੇ ਜਿਹਦਾ ਜੀਵਨ ਪੂਰਾ ਉਤਰੇਗਾ, ਮਾਨ ਪਾਏਗਾ ਨਾ ਕਿ ਇਹ ਬੰਦਾ ਸੱਚਾ ਹੈ। ਤਾਂ ਸਾਰਾ ਸੰਸਾਰ ਹੀ ਰੱਬ ਦੀ ਦਰਗਾਹ ਹੈ। ਤਾਂ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਇਨਸਾਨ ਹੈ, ਉਹ ਮਾਨ ਪਾਉਂਦਾ ਹੈ ਰੱਬੀ ਹਜ਼ੂਰੀ ਵਿੱਚ। ਉਹ ਰੱਬੀ ਹਜ਼ੂਰੀ ਦਾ ਆਨੰਦ ਮਾਣਦਾ ਹੈ। ਉਹ ਚਾਰ ਚਫੇਰੇ ਉਸ ਮਾਲਕ ਨੂੰ ਵੇਖਦਾ ਹੈ ਤੇ ਉਹਨੂੰ ਫਿਰ ਮਾਣ ਮਿਲਦਾ ਹੈ। ਹੁਣ ਜੇ ਅਸੀਂ ਕਹੀਏ ਕਿ ਅੱਜ ਦੇ ਯੁੱਗ ਵਿੱਚ, ਤਾਂ ਦੇਖੋ ਭਗਤ ਪੂਰਨ ਸਿੰਘ ਹੈ ਨਾ, ਸਰੀਰ ਕਰਕੇ ਨਹੀਂ ਰਹੇ, ਪਰ ਉਹਨਾਂ ਨੂੰ ਮਾਣ ਮਿਲਿਆ, ਜਿਉਂਦੇ ਜੀ ਮਾਣ ਮਿਲਿਆ। ਇਹੋ ਜਿਹਾ ਇੱਕ ਬੰਦਾ ਭਗਤ ਪੂਰਨ ਸਿੰਘ ਹੈ, ਜਿਸ ਦੇ ਖਿਲਾਫ ਇੱਕ ਵੀ ਬੰਦਾ ਤੁਸੀਂ ਬੋਲਦਾ ਹੋਇਆ ਨਹੀਂ ਵੇਖੋਗੇ। ਇਸੇ ਨੂੰ ਕਹਿੰਦੇ ਨੇ ਮਾਣ ਪਾਣਾ। ਗੁਰਮੁਖ ਭਉ ਭੰਜਨ ਪ੍ਰਧਾਨ। ਭਉ ਭੰਜਨ ਦਾ ਮਤਲਬ ਦੁਨੀਆ ਦੇ ਡਰ ਸਹਿਮ ਨਾਸ਼ ਕਰਨ ਵਾਲਾ ਪ੍ਰਭੂ। ਪ੍ਰਧਾਨ ਦਾ ਮਤਲਬ ਸਭ ਦਾ ਮੁਖੀ ਮਾਲਕ। ਤਾਂ ਗੁਰਮੁਖ ਜਿਹੜਾ ਹੈ, ਭਉ ਭੰਜਨ ਪ੍ਰਧਾਨ, ਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ ਸਹਿਮ ਨਾਸ਼ ਕਰਨ ਵਾਲਾ ਹੈ ਔਰ ਸਾਰਿਆਂ ਦਾ ਮਾਲਕ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਭਉ ਭੰਜਨ ਪ੍ਰਧਾਨ ਨੂੰ ਮਿਲ ਪੈਂਦਾ ਹੈ। ਭਉ ਭੰਜਨ ਦਾ ਮਤਲਬ ਜੋ ਸਭ ਦੇ ਡਰਾਂ ਨੂੰ ਮੁਕਾਉਣ ਵਾਲਾ ਹੈ। ਪ੍ਰਧਾਨ ਦਾ ਮਤਲਬ ਜੋ ਸਭ ਤੋਂ ਵੱਡਾ ਮਹਾਨ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਉਹਨੂੰ ਮਿਲ ਪੈਂਦਾ ਹੈ। ਭਾਵ ਉਹ ਨਿਰਭੈਤਾ ਦੇ ਵਿੱਚ ਲੀਨ ਹੋ ਜਾਂਦਾ ਹੈ। ਉਹਦੀ ਜ਼ਿੰਦਗੀ ਵਿੱਚ ਵੀ ਕੋਈ ਡਰ ਨਹੀਂ ਰਹਿੰਦਾ। ਉਹ ਵੀ ਮਹਾਨ ਹੋ ਜਾਂਦਾ ਹੈ। ਉਹ ਉਹਨਾਂ ਗੁਣਾਂ ਵਿੱਚ ਲੀਨ ਹੋ ਜਾਂਦਾ ਹੈ। ਜੋ ਰੱਬ ਹੈ, ਜਿਹਨੂੰ ਭਉ ਭੰਜਨ ਗੁਰੂ ਜੀ ਕਹਿੰਦੇ ਨੇ, ਸਾਰਿਆਂ ਦਾ ਡਰ ਖਤਮ ਕਰਨ ਵਾਲਾ, ਜੋ ਸਭ ਤੋਂ ਮਹਾਨ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਉਹਨੂੰ ਪਾ ਲੈਂਦਾ ਹੈ। ਭਾਵ ਉਹਦੇ ਵਿੱਚ ਲੀਨ ਹੋ ਜਾਂਦਾ ਹੈ, ਉਸੇ ਦਾ ਰੂਪ ਹੋ ਜਾਂਦਾ ਹੈ। ਗੁਰਮੁਖ ਕਰਨੀ ਕਾਰ ਕਰਾਏ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਕਰਨੀਕਾਰ ਦਾ ਮਤਲਬ ਹੈ ਜਿਹੜੇ ਕਰਨ ਯੋਗ ਕੰਮ ਨੇ। ਕਰਨੀਕਾਰ ਦਾ ਮਤਲਬ ਜਿਹੜੇ ਕਰਨ ਗੋਚਰੇ ਕੰਮ ਨੇ, ਜਿਹੜੇ ਕਰਨੇ ਚਾਹੀਦੇ ਨੇ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਆਪ ਵੀ ਉਹ ਕੰਮ ਕਰਦਾ ਹੈ ਤੇ ਦੂਜਿਆਂ ਤੋਂ ਵੀ ਉਹ ਕੰਮ ਕਰਾਉਂਦਾ ਹੈ ਜਿਹੜੇ ਕਰਨ ਯੋਗ ਨੇ। ਜਿਵੇਂ ਸੱਚ ਬੋਲਣਾ ਹੈ, ਦਸਾਂ ਨੋਵਾਂ ਦੀ ਕਿਰਤ ਕਰਨੀ ਹੈ, ਪਿਆਰ ਦੇ ਨਾਲ ਰਹਿਣਾ ਹੈ, ਵੰਡ ਕੇ ਛਕਣਾ ਹੈ, ਇੱਕ ਦੂਜੇ ਦਾ ਸਹਿਯੋਗ ਕਰਨਾ ਹੈ, ਇਸ ਦੁਨੀਆ ਦੇ ਅੰਦਰ ਰਹਿ ਕੇ ਸਮਾਜ ਨੂੰ ਸੋਹਣਾ ਬਣਾਉਣਾ ਹੈ, ਇਹ ਕੰਮ ਕਰਾਉਂਦਾ ਹੈ ਗੁਰਮੁਖ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਆਪ ਵੀ ਐਸੇ ਕੰਮ ਕਰੇਗਾ, ਦੂਜਿਆਂ ਨੂੰ ਇਹ ਕੰਮ ਕਰਨ ਵਾਸਤੇ ਪ੍ਰੇਰੇਗਾ। ਇਹ ਕੰਮ ਕਰਨੇ ਚਾਹੀਦੇ ਨੇ। ਹਕੀਕਤ ਹੈ ਕਿ ਸਾਨੂੰ ਆਪਣੇ ਘਰ ਪਰਿਵਾਰਾਂ ਦੇ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਇਹੋ ਜਿਹੀ ਜ਼ਿੰਦਗੀ ਜਿਹੜੀ ਅਸੀਂ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਜੀਣੀ ਚਾਹੀਦੀ ਹੈ ਤੇ ਲੋਕਾਂ ਨੂੰ ਵੀ ਇਹ ਦੱਸਣਾ ਚਾਹੀਦਾ ਹੈ ਕਿ ਤੁਸੀਂ ਵੀ ਐਵੇਂ ਦੀ ਜ਼ਿੰਦਗੀ ਜੀਵੋ। ਨਾਨਕ ਗੁਰਮੁਖ ਮੇਲ ਮਿਲਾਏ। ਮੇਲ ਦਾ ਮਤਲਬ ਮੇਲ ਵਿੱਚ, ਮੇਲ ਦੇ ਲੱਲੇ ਨਾਲ ਸਿਹਾਰੀ ਹੈ, ਮੇਲ ਵਿੱਚ। ਗੁਰਮੁਖ ਜੋ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਆਪ ਵੀ ਪ੍ਰਭੂ ਦੇ ਅੰਦਰ ਅਭੇਦ ਹੋ ਜਾਂਦਾ ਹੈ ਤੇ ਦੂਜਿਆਂ ਨੂੰ ਵੀ ਉਸ ਮੇਲ ਦੇ ਅੰਦਰ ਮਿਲਾ ਦਿੰਦਾ ਹੈ, ਸੱਚ ਦੇ ਅੰਦਰ ਮਿਲਾ ਦਿੰਦਾ ਹੈ, ਪ੍ਰਭੂ ਵਰਗਾ ਬਣਾ ਦਿੰਦਾ ਹੈ। ਇਸ ਲਈ ਇਹ ਯੋਗੀ ਜਨੋ, ਜੰਗਲਾਂ ਵਿੱਚ ਵਿਚਰਨ ਦੀ ਲੋੜ ਨਹੀਂ ਹੈ। ਸਿਰ ਵਿੱਚ ਸੁਆਹ ਪਾਉਣ ਦੀ ਲੋੜ ਨਹੀਂ, ਮੁੰਦਰਾ ਪਾਉਣ ਦੀ ਲੋੜ ਨਹੀਂ, ਮੰਗਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਮਾਲਾਵਾਂ ਫੇਰਨ ਦੀ ਲੋੜ ਨਹੀਂ, ਪਹਾੜਾਂ ਤੇ ਚੜਨ ਦੀ ਜ਼ਰੂਰਤ ਨਹੀਂ, ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ। ਸਗੋਂ ਗੁਰੂ ਦੇ ਦੱਸੇ ਰਾਹ ਤੇ ਤੁਰਨ ਦੀ ਜ਼ਰੂਰਤ ਹੈ। ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਣ ਦੀ ਲੋੜ ਹੈ। ਕਾਮਨ ਸੈਂਸ ਪ੍ਰਾਪਤ ਕਰਨ ਦੀ ਲੋੜ ਹੈ। ਵਿਵੇਕ ਬੁੱਧ ਪ੍ਰਾਪਤ ਕਰਕੇ ਤੇ ਰੱਬੀ ਗੁਣਾਂ ਦੇ ਅੰਦਰ ਮਿਲਣ ਦੀ ਲੋੜ ਹੈ। ਤੇ ਜੋ ਗੁਰੂ ਦੱਸੇ ਰਾਹਾਂ ਤੇ ਤੁਰਨ ਵਾਲਾ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਣ ਵਾਲਾ ਹੈ, ਉਹ ਆਪ ਵੀ ਇਹਨਾਂ ਗੁਣਾਂ ਦੇ ਵਿੱਚ ਮਿਲ ਜਾਂਦਾ ਹੈ ਤੇ ਬਾਕੀ ਦਿਆਂ ਨੂੰ ਇਸ ਮੇਲ ਦੇ ਅੰਦਰ ਮਿਲਾ ਕੇ ਰੱਬ ਵਰਗਾ ਬਣਾ ਦਿੰਦਾ ਹੈ।
ਵਾਹਿਗੁਰੂ ਰਹਿਮਤ ਕਰਨ। ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਆਪ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਅੱਜ ਦੀ ਕਲਾਸ ਦੀ ਇੱਥੇ ਸਮਾਪਤੀ ਕਰਦੇ ਹਾਂ। ਅੱਜ ਜੋ ਆਪਾਂ ਵਿਚਾਰ ਕੀਤੀ ਹੈ, ਇਸ ਵਿਚਾਰ ਮੁਤਾਬਕ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਸਵਾਲ ਪੁੱਛ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਕੋਈ ਵਿਚਾਰ ਦੇਣੇ ਨੇ ਤਾਂ ਉਹ ਆਪਣੇ ਵਿਚਾਰ ਜਿਹੜਾ ਹੈ ਉਹ ਦੇ ਸਕਦਾ ਹੈ। ਤੇ ਜਿਸ ਨੇ ਵੀ ਵਿਚਾਰ ਦੇਣੇ ਨੇ ਜਾਂ ਕੋਈ ਸਵਾਲ ਪੁੱਛਣਾ ਹੈ ਉਹ ਅਨਮਿਊਟ ਪਲੀਜ਼ ਹੋ ਜਾਓ, ਜਿਸ ਕਰਕੇ ਵੀਰ ਜੀ ਗੁਰਮੁਖ ਆਪਣਾ ਵੀਰ ਤਰਲੋਚਨ ਸਿੰਘ ਜੀ ਨੂੰ ਬਾਰ-ਬਾਰ ਨਾ ਕਹਿਣਾ ਪਵੇ, ਉਹ ਅਨਮਿਊਟ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਆ ਜੀ ਕਿ ਆਪ ਜਿਨ੍ਹਾਂ ਨੇ ਵੀ ਕੋਈ ਕੁਐਸਚਨ ਪੁੱਛਣੇ ਆ ਤੇ ਉਹ ਅਨਮਿਊਟ ਹੋ ਜਾਓ ਤਾਂ ਕਿ ਤੁਸੀਂ ਆਪਣੇ ਕੁਐਸਚਨ ਰੱਖ ਸਕੋ ਜਾਂ ਵਿਚਾਰ ਦੇਣੇ ਆ ਅੱਜ ਦੀ ਕਥਾ ਦੇ ਮੁਤਾਬਕ। ਜੇ ਤੁਹਾਡੇ ਕੋਈ ਵਿਚਾਰ ਹੈਗੇ ਉਹ ਤੁਸੀਂ ਦੇ ਸਕਦੇ ਆ। ਤੇ ਉਹਦੇ ਪ੍ਰਥਾਏ ਸਾਡੇ ਨਾਲ ਕੁਲਦੀਪ ਕੌਰ ਅਨਮਿਊਟ ਹੋਏ ਆ ਜੀ। ਬਾਕੀਆਂ ਨੂੰ ਵੀ ਬੇਨਤੀ, ਜੇ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੋਵੇ ਤਾਂ ਅਨਮਿਊਟ ਹੋ ਜਾਓ। ਹਾਂਜੀ ਕੁਲਦੀਪ ਕੌਰ ਜੀ। ਕੁਲਦੀਪ ਕੌਰ ਜੀ ਲੱਗ ਗਈ। ਹਾਂਜੀ ਇਟਸ ਓਕੇ। ਮੈਂ ਕੁਝ ਪੁੱਛਣਾ ਸੀ, ਉਹ ਮੈਨੂੰ ਸਮਝ ਲੱਗ ਗਈ। ਅੱਛਾ ਜੀ, ਠੀਕ ਹੈ ਠੀਕ ਹੈ। ਹੋਰ ਕਿਸੇ ਨੇ ਕੋਈ ਸਵਾਲ ਪੁੱਛਣਾ ਜੀ ਤਾਂ ਤੁਸੀਂ ਅਨਮਿਊਟ ਹੋ ਜਾਓ, ਤੇ ਜੇ ਨਹੀਂ ਤਾਂ ਫਿਰ ਆਪਾਂ ਸਮਾਪਤੀ ਕਰ ਦੇਵਾਂਗੇ ਜੀ। ਜਸਵੀਰ ਕੌਰ ਜੀ। ਹਾਂਜੀ ਮੈਂ ਪੁੱਛਣਾ ਸੀਗਾ ਇਹਦਾ ਮੈਨੂੰ ਸਮਝ ਨਹੀਂ ਸੀ ਪਈ। ਗੁਰਮੁਖ ਪਰਵਿਰਤ ਨਿਰਵਿਰਤ ਪਛਾਣੇ, ਇਹਦਾ ਪਰਵਿਰਤ ਤੇ ਨਿਰਵਿਰਤ ਦਾ ਮੀਨਿੰਗ ਦੋਨਾਂ ਦਾ ਦੱਸੋਗੇ ਕੀ ਹੈ? ਜਸਵੀਰ ਕੌਰ ਭੈਣ ਜੀ, ਪਰਵਿਰਤ ਦਾ ਮਤਲਬ ਹੈ ਗ੍ਰਹਿਣ ਕਰਨਾ ਔਰ ਨਿਰਵਿਰਤ ਦਾ ਮਤਲਬ ਹੈ ਤਿਆਗਣਾ। ਜੋ ਗੁਰੂ ਗਿਆਨ ਦਾ ਧਾਰਨੀ ਹੈ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਕੀ ਗ੍ਰਹਿਣ ਕਰਨਾ ਹੈ ਔਰ ਕੀ ਤਿਆਗਣਾ ਹੈ। ਯਾਨੀ ਗੁਣ ਗ੍ਰਹਿਣ ਕਰਨੇ ਨੇ, ਔਗੁਣਾਂ ਦਾ ਤਿਆਗ ਕਰਨਾ ਹੈ। ਪਰਵਿਰਤ ਦਾ ਮਤਲਬ ਗ੍ਰਹਿਣ ਕਰਨਾ, ਨਿਰਵਿਰਤ ਦਾ ਮਤਲਬ ਤਿਆਗ ਕਰਨਾ। ਓਕੇ, ਥੈਂਕ ਯੂ। ਧੰਨਵਾਦ ਜੀ। ਠੀਕ ਹੈ ਜੀ। ਹੋਰ ਕੋਈ ਅਨਮਿਊਟ ਨਹੀਂ ਹੋਇਆ ਤਾਂ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਆਪਾਂ ਆਪਣੇ ਸਾਡੇ ਨਾਲ ਅੱਜ ਭੈਣ ਪ੍ਰੀਤ ਕੌਰ ਜੀ ਕਾਫੀ ਦੇਰ ਬਾਅਦ ਜੁੜੇ ਆ ਜੀ, ਉਹਨਾਂ ਨੂੰ ਵੈਲਕਮ ਜੀ ਆਇਆ। ਵੈਸੇ ਤਾਂ ਉਹ ਹਮੇਸ਼ਾ ਸਾਡੇ ਕਲਾਸ ਦੇ ਵਿੱਚ ਹੁੰਦੇ ਸੀ। ਮੈਂ ਸ਼ੋਰ ਹਾਂ ਉਹ ਬਿਜ਼ੀ ਹੋਣਗੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਵੀ। ਹਾਂਜੀ ਨਹੀਂ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਮੇਰੇ ਐਕਚੁਅਲੀ ਬ੍ਰਦਰ ਛੋਟੇ ਦੀ ਮੈਰਿਜ ਸੀ ਤੇ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਸ ਉਸੇ ਵਿੱਚ ਬਿਜ਼ੀ ਸੀ। ਹੁਣ ਵਿਹਲੇ ਹੋਏ ਆ ਸੰਡੇ ਨੂੰ, ਤੇ ਮੈਂ ਭਾਈ ਸਾਹਿਬ ਜੀ ਨੂੰ ਕਿਹਾ ਸੀ ਮੈਨੂੰ ਕੋਡ ਭੇਜ ਦੇਣਾ, ਕਿਉਂਕਿ ਕਈ ਵਾਰੀ ਬਹੁਤ ਅੱਗੇ ਚਲਾ ਜਾਂਦਾ ਚੈਟ ਵਿੱਚ ਕੋਡ। ਫਿਰ ਮੈਂ ਕਿਹਾ ਤੁਸੀਂ ਭੇਜ ਦਿਓ ਅਗਰ ਕੋਈ ਨਿਊ ਕੋਡ ਹੋਏ, ਜਾਂ ਕਈ ਵਾਰੀ ਹੁੰਦਾ ਨਾ ਨਿਊ ਐਪ ਕਈ ਵਾਰੀ ਅਪਡੇਟ ਹੋਈ ਹੁੰਦੀ ਹੈ, ਤੇ ਬਟ ਸੇਮ ਹੀ ਸੀ ਤੇ ਬਹੁਤ ਮਿਸ ਕਰ ਰਹੀ ਸੀ ਮੈਂ ਵੀ। ਠੀਕ ਹੈ ਜੀ। ਇੱਥੇ ਤਾਂ ਕੋਡਾਂ ਦਾ ਕੀ ਫਾਇਦਾ, ਜਿੱਦਾਂ ਅਸੀਂ ਬੁੱਢੇ ਆ ਜੀ ਉਦਾਂ ਸਾਡੇ ਕੋਡ ਵੀ ਬੁੱਢੇ ਹੋ ਚੁੱਕੇ ਆ, ਉਹ ਕਦੀ ਚੇਂਜ ਨਹੀਂ ਹੋਣੇ ਹੁਣ। ਹਾਂਜੀ ਹਾਂਜੀ, ਮੈਂ ਕਿਹਾ ਬਹੁਤ ਮੁਬਾਰਕਾਂ ਹੋਣ। ਥੈਂਕ ਯੂ ਜੀ, ਥੈਂਕ ਯੂ ਸਾਰੇ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਲੱਡੂ ਭੇਜ ਦੇਣਾ ਪਲੀਜ਼। ਪੱਕਾ ਜੀ। ਹਾਂ ਬਈ ਪੁਨੀਤ ਕੌਰ ਭੈਣ ਜੀ, ਮੈਂ ਵੀ ਇਹੀ ਕਹਿਣ ਲੱਗਾ ਸੀ ਕਿ ਸਾਰੀ ਕਲਾਸ ਵੱਲੋਂ ਵਧਾਈਆਂ ਬਹੁਤ ਸਾਰੀਆਂ, ਤੇ ਮਠਿਆਈ ਕੱਲੇ ਖਾ ਗਏ। ਅਸੀਂ ਤੇ ਮਿਠਾਈ ਖਾ ਕੇ ਹੁਣ ਡੀਟੌਕਸ ਦੀ ਤਿਆਰੀਆਂ ਵਿੱਚ, ਜ਼ਿਆਦਾ ਹੀ ਖਾ ਲਈ ਹੈ ਕੁਝ। ਸਾਨੂੰ ਵੀ ਥੋੜਾ ਜਿਹਾ ਮੋਤੀਚੂਰ ਦੇ ਲੱਡੂ, ਸਾਨੂੰ ਵੀ ਡੀਟੌਕਸ ਹੋਣ ਦਾ ਮਰ ਜਾ ਦਿਓ ਨਾ। ਪਹਿਲਾਂ ਉਲਟ ਕਰ ਦਿਓ, ਫਿਰ ਆਪਾਂ ਡੀਟੌਕਸ ਹੋ ਜਾਵਾਂਗੇ ਤੁਹਾਡੇ ਵਾਂਗੂ। ਪੱਕਾ ਜੀ। ਆਈ ਵਿਸ਼ ਆਈ ਕੁਡ ਸੈਂਡ them, ਬਟ ਕੋਈ ਗੱਲ ਨਹੀਂ ਜੀ, ਮਜਬੂਰੀਆਂ ਆਪਾਂ ਸਮਝਦੇ ਹਾਂ ਜੀ। ਕੋਈ ਗੱਲ ਨਹੀਂ, ਤੁਸੀਂ ਖਾ ਲੈਣਾ, ਸਾਡੇ ਹਿੱਸੇ ਦੀਆਂ ਖਾ ਲੈਣਾ। ਹਾਂਜੀ ਜੀ, ਧੰਨਵਾਦ ਜੀ, ਧੰਨਵਾਦ, ਥੈਂਕ ਯੂ ਸੋ ਮਚ। ਇੰਨਾ ਹੋ ਗਿਆ, ਤੁਸੀਂ ਆ ਗਏ, ਧੰਨਵਾਦ ਜੀ ਤੁਹਾਡਾ। ਹਾਂਜੀ ਜੀ। ਬਾਕੀ ਸਾਰਿਆਂ ਦਾ ਵੀ ਧੰਨਵਾਦ ਜੀ। ਅੱਜ ਦੀ ਕਲਾਸ ਦੇ ਵਿੱਚ ਆਪਾਂ ਇੱਥੇ ਕਰਦੇ ਹਾਂ ਜੀ ਸਮਾਪਤੀ, ਤੇ ਕੱਲ ਨੂੰ ਆਪਾਂ ਫੇਰ ਕਿਸੇ ਪਲੇਟਫਾਰਮ ਤੇ ਮੁੜ ਕੇ ਫੇਰ ਆਵਾਂਗੇ ਜੀ। ਇਸੇ ਕਥਾ ਨੂੰ ਗਾਹਾਂ ਜਾਰੀ ਰੱਖਣਾ, ਤੇ ਕੱਲ ਨੂੰ 1 ਵਜੇ ਆਈਏ ਜੀ ਮੁੜ ਕੇ। ਉੱਤਾਂ ਹੀ ਛੁੱਟੀਆਂ ਲਓ ਜੀ ਸਾਰੇ ਜਣੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।